ਜਿਥੈ ਲਿਖਾ ਮੰਗੀਐ ਤਿਥੈ ਛੁਟੈ ਸਚ ਕਮਾਏ। ਸਤਿ ਸੇਵਨ ਸੇਵਨ ਹੰਤੇ ਐਥੇ ਉਥੈ ਨਾਮ ਸਮਾਣਿਆ। ਭੈ ਭਾਏ ਸਿਗਾਰ ਬਣਾਏ ਗੁਰ ਪ੍ਰਸਾਦੀ ਮਹਿਲ ਮਹਿਲ ਘਰ ਪਾਏ। ਅੰਜਨ ਸਦਾ ਰਹਿ ਦਿਨ ਰਾਤੀ ਮਜੀਠੈ ਅੰਗ ਬਣਾਵਣਿਆ। ਸਭਨਾ ਕੇ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਸੁਣ ਗਰਨਿਆਲੇ। ਤੇਰਾ ਪ੍ਰਭ ਅਪ ਉੱਚੋ ਉੱਚਾ ਹਰ ਕਿਰਪਾ ਆਪ ਬੁਲਾਵਣਿਆ। ਮਾਇਆ ਮਮੋ ਰੁਦਕ ਦੂਤਾ ਨਾਮ ਸਾਰ ਅੰਤਰ ਦੂਤਾ। ਜੇ ਤੇ ਸੁਤਾ ਸੋਦਾ ਗਾਏ ਗੁਰਮਤ ਸੋਧੀ ਕਾਵਣਿਆ। ਆਪਿਓ ਕੀਐ ਸੋ ਭਨ ਗਾਏ ਗੁਰ ਪ੍ਰਸਾਦ ਮੁਕਤ ਗਤ ਪਾਏ। ਭਗਤੀ ਰਤਾ ਸਾਰੈ ਕੀ ਆਪ ਮਾਰ ਬਿਆਮਣਿਆ। ਆਪ ਉਪਾਏ ਤਦੈ ਲਾਏ ਦਸੋ ਰਾਸੀ ਜਿਤ ਆਪ ਪੜਾਏ। ਨਾਨਕ ਨਾਮ ਧਿਆਏ ਸਚ ਆਤੇ ਜੋ ਤਿਸ ਭਾਵੈ ਸੋ ਪਾਰ ਕਰਾਵਣਿਆ। ਨਾਨਕ ਨਾਮ ਧਿਆਏ ਸਚ ਆਤੇ ਜੋ ਤਿਸ ਭਾਵੈ ਸੋ ਪਾਰ ਕਰਾਵਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣ ਆਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਤੇ ਸਵਾਰੀ ਸਾਧ ਸੰਗਤ ਜੀ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹੋਏ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਬੜੇ ਪਿਆਰ ਸਤਿਕਾਰ ਦੇ ਨਾਲ ਆਪਾਂ ਸ਼੍ਰਵਣ ਕਰੀਏ ਜੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਮਾਝ ਰਾਗ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਹੜਾ ਮਨੁੱਖ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ ਮਰ ਗਿਆ ਹੈ, ਉਹ ਮਰਿਆ ਹੋਇਆ ਸ੍ਰੇਸ਼ਟ ਜਾਣਿਆ ਜਾਂਦਾ ਹੈ।
ਜਿਨੇ ਗੁਰੂ ਦੇ ਸ਼ਬਦ ਦੀ ਆਰਾਧਨਾ ਕਰਕੇ ਆਪਣੇ ਆਪ ਨੂੰ ਮਾਰ ਲਿਆ। ਸੰਸਾਰ ਉਹਨਾਂ ਨੂੰ ਬਹੁਤ ਕੁਝ ਕਹਿੰਦਾ ਹੈ। ਕੋਈ ਕਹੈ ਭੂਤਨਾ, ਕੋਈ ਕਹੈ ਬੇਤਾਲਾ, ਭਇਆ ਦੀਵਾਨਾ ਸਾਹਕਾਰ ਨਾਨਕ ਵਿਚਾਰਾ। ਜਿਨੇ ਆਪਣਾ ਆਪ ਮਾਰ ਲਿਆ ਹੈ ਗੁਰੂ ਸ਼ਬਦ ਦੇ ਤਾਈਂ, ਉਸ ਨੂੰ ਸਾਰਾ ਸੰਸਾਰ ਇਸ ਤਰੀਕੇ ਨਾਲ ਪੁਕਾਰਨ ਕਰਦਾ। ਗੁਰੂ ਅਮਰਦਾਸ ਮਹਾਰਾਜ ਜੀ ਇਹੋ ਗੱਲ ਸਾਨੂੰ ਸਮਝਾ ਰਹੇ। ਜਿਹੜੇ ਗੁਰਮੁਖ ਪਿਆਰੇ ਨੇ ਸ਼ਬਦ ਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ ਮਰ ਗਿਆ ਹੈ, ਉਹ ਮਰਿਆ ਹੋਇਆ ਮਨੁੱਖ ਵੀ ਸ੍ਰੇਸ਼ਟ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਕੇ ਆਉਂਦਾ ਹੈ। ਉਹ ਮਰਿਆ ਹੋਇਆ ਬਦੇਹ ਮੁਕਤ ਹੋ ਜਾਂਦਾ ਹੈ। ਉਹਨੂੰ ਬਦੇਹ ਮੁਕਤ ਜਾਣਨਾ ਕਰੀਏ, ਜਿਨੇ ਸ਼ਬਦ ਦੇ ਨਾਲ ਲਿਵ ਲਾ ਲਈ ਹੈ, ਸੁਰਤੀ ਜੋੜ ਲਈ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾ ਨੇ ਆਖਿਆ ਸੀ, ਕਵਣ ਗੁਰੂ ਜਿਸ ਕਾ ਤੂੰ ਚੇਲਾ। ਮਹਾਰਾਜ ਜੀ ਨੇ ਸਰੀਰ ਨੂੰ ਗੁਰੂ ਨਹੀਂ ਆਖਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਨਹੀਂ ਆਖਿਆ ਕਿ ਮੇਰੇ ਗੁਰੂ ਫਲਾਣੇ ਸਰੀਰ ਵਾਲੇ। ਸੋ ਗੁਰਮੁਖ ਪਿਆਰੇ, ਸਤਿਗੁਰੂ ਮਹਾਰਾਜ ਜੀ ਨੇ ਆਖਿਆ ਸੀ ਸ਼ਬਦ ਗੁਰੂ, ਸਾਡਾ ਗੁਰੂ ਸ਼ਬਦ ਹੈ। ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਵੀ ਨਹੀਂ ਆਖਿਆ ਕਿ ਮੇਰਾ ਸਰੀਰ ਕਿਸੇ ਦਾ ਚੇਲਾ ਹੈ। ਇਹ ਮਤ ਜਾਣੋ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਸੇ ਦੇ ਚੇਲੇ ਹੋਏ ਹਨ, ਨਹੀਂ। ਕਈ ਤੁੱਛ ਬੁੱਧੀ ਦੇ ਮਨੁੱਖ ਇਹ ਗੱਲ ਸੋਚਦੇ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਈ ਗੁਰੂ ਧਾਰਨ ਕੀਤਾ ਹੋਏਗਾ, ਪਰ ਨਹੀਂ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਰੀਰ ਨੂੰ ਵੀ ਕਿਸੇ ਦਾ ਚੇਲਾ ਨਹੀਂ ਆਖਿਆ। ਮਹਾਰਾਜ ਨੇ ਕਿਹਾ ਸੁਰਤ, ਜਿਹੜੀ ਸੁਰਤੀ ਹੈ, ਸੁਰਤ ਧੁਨ ਚੇਲਾ, ਸੁਰਤੀ ਨੂੰ ਆਖਿਆ ਹੈ। ਤੇ ਚੇਲਾ ਵੀ ਕਿਹਦਾ ਆਖਿਆ ਹੈ? ਸ਼ਬਦ ਗੁਰੂ ਦਾ। ਰੋਜ਼ ਅਸੀਂ ਆ ਕੇ ਮੱਥਾ ਟੇਕਦੇ ਹਾਂ, ਨੱਕ ਰਗੜਦੇ ਹਾਂ, ਪਰ ਹਜੇ ਤੱਕ ਸਾਨੂੰ ਸਮਝ ਹੀ ਨਹੀਂ ਆਈ ਕਿ ਸ਼ਬਦ ਗੁਰੂ ਹੈ ਕੀ। ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸ਼ਬਦ ਦੇ ਨਾਲ ਜੋੜ ਕੇ ਗਏ ਹੈ, ਪਰ ਅਸੀਂ ਸਰੀਰਾਂ ਨਾਲ ਜੁੜ ਗਏ ਹਾਂ। ਸਰੀਰ ਦੇ ਨਾਲ ਮਹਾਰਾਜ ਕਹਿੰਦੇ ਨਾ ਜੁੜਿਓ, ਸ਼ਬਦ ਦੇ ਨਾਲ ਜੁੜਿਓ। ਬੜਾ ਸੌਖਾ ਕੰਮ ਹੋ ਗਿਆ ਹੈ। ਅੱਜ ਮਨੁੱਖ ਨੂੰ ਮੂਰਖ ਬਣਾਉਣ ਵਾਸਤੇ ਕੱਲ੍ਹ ਦਾਸ ਸੰਤ ਗਿਆਨੀ ਹਰਦੇਵ ਸਿੰਘ ਜੀ ਲੋਹਲੋ ਵਾਲਿਆਂ ਨੂੰ ਸੁਣ ਰਿਹਾ ਸੀ। ਉਹ ਬਚਨ ਕਰ ਰਹੇ ਸਨ ਕਿ ਕਹਿੰਦੇ ਮੈਂ ਬੜੀ ਵੱਡੀ ਗਲਤੀ ਕੀਤੀ। ਕਹਿੰਦਾ ਮੈਂ ਸਾਰੀ ਜ਼ਿੰਦਗੀ, ਮਹਾਂਪੁਰਖ ਕਹਿੰਦੇ ਕਿ ਵਿਦਿਆ ਪੜ੍ਹਨ ਚ ਲਾਤੀ। ਗੁਰੂ ਗ੍ਰੰਥ ਸਾਹਿਬ ਦੀ ਸੰਥਿਆ 5-7 ਸਾਲ ਲਾਤੀ, ਕਥਾ ਸਿੱਖਣ ਤੇ 5-7 ਸਾਲ ਲਾਤੇ, ਹਿੰਦੂ ਮਤ ਦੇ ਗ੍ਰੰਥ ਪੜ੍ਹੇ, ਸਾਰੀ ਉਮਰ ਬਤੀਤ ਹੋ ਗਈ। ਪਰ ਕਹਿੰਦਾ ਮੈਂ ਅੱਜ ਦੀ ਗੱਲ ਦੇਖਦਾ ਤੇ ਮੈਨੂੰ ਬੜਾ ਦੁੱਖ ਹੁੰਦਾ ਹੈ। ਤੇ ਮੈਂ ਜਦੋਂ ਗੁਰੂ ਇਤਿਹਾਸ ਪੜ੍ਹਦਾ ਤੇ ਕਹਿੰਦਾ 22 ਮੰਜੀਆਂ ਲਾ ਕੇ ਸਰੀਰ ਕਰਕੇ ਗੁਰੂ ਬਣ ਕੇ ਬਹਿ ਗਏ ਸਨ।
उस टाइम ਜਦੋਂ 22 ਮੰਜੀਆਂ ਲੱਗ ਗਈਆਂ ਤੇ ਬਹੁਤ ਹੀ ਇੱਕ ਦੁਖਦ ਘਟਨਾ ਵਾਲੀ ਗੱਲ ਵਾਪਰ ਗਈ ਕਿ ਗੁਰੂ ਕਿਹੜਾ ਹੈ। ਢੂੰਡ ਸੱਜਣ ਸੰਤ ਪੱਕਿਆਂ ਬਾਬਾ ਮੱਖਣ ਸ਼ਾਹ ਜੀ ਦੇ ਮਨ ਵਿੱਚ ਵੀ ਆ ਗਈ ਕਿ ਹੁਣ ਗੁਰੂ ਪੱਕਾ ਕਿਹੜਾ ਹੋਏਗਾ। ਇਹ ਤੇ ਗੁਰੂ ਨੂੰ ਢਾਹ ਲਾਉਣ ਵਾਸਤੇ ਕਈ ਬਹਿ ਗਏ ਹੈ। ਕਹਿੰਦੇ ਉਦੋਂ ਤੇ 22 ਮੰਜੀਆਂ ਢਾਹ ਕੇ ਬੈਠੇ ਸਨ, ਹੁਣ ਤੇ 22,000 ਮੰਜੀਆਂ ਢਾਹ ਕੇ ਬਹਿ ਗਏ। ਸੰਤ ਹਰਦੇਵ ਸਿੰਘ ਜੀ ਲੂਲੋ ਵਾਲੇ ਮਹਾਂਪੁਰਖ ਕਹਿੰਦੇ ਮੈਂ ਬੜੀ ਗਲਤੀ ਕਰ ਬੈਠਾ। ਕਹਿੰਦਾ ਸਾਰੀ ਉਮਰ ਹੀ ਇਸ ਤਰ੍ਹਾਂ ਬਤੀਤ ਕਰ ਲਈ ਹੈ। ਕਹਿੰਦੇ ਕਿ ਅਸੀਂ ਸਾਰੀ ਉਮਰ ਐਵੇਂ ਲੰਘਾ ਲਈ। ਕਹਿੰਦੇ ਸਾਨੂੰ ਸਮਝ ਹੀ ਹੁਣ ਆਈ ਹੈ। ਕਹਿੰਦੇ ਇਹ ਜਿਹੜਾ ਦੁਨੀਆ ਨੇ ਵਪਾਰ ਬਣਾਇਆ, ਮਾਇਆ ਕਾਰਨ ਵਿਦਿਆ ਵਿੱਚ ਜਨਮ ਅਬਿਰਥਾ ਜਾਈ। ਮਾਇਆ ਕਰਕੇ ਸ਼ਬਦ ਗੁਰੂ ਵੇਚੀ ਜਾਂਦੇ ਹੈ, ਸ਼ਬਦ ਗੁਰੂ ਵੇਚੀ ਜਾਂਦੇ ਹੈ, ਗੁਰੂ ਦਾ ਸ਼ਬਦ ਵੇਚੀ ਜਾਂਦੇ ਹੈ। ਸਭ ਕੁਝ ਸ਼ਬਦ ਦੇ ਹਵਾਲੇ ਹੈ। ਸਾਰੀ ਕਾਇਨਾਤ ਸ਼ਬਦ ਦੇ ਵਿੱਚ ਹੈ। ਬਸ ਇਸ ਗੱਲ ਨੂੰ ਸਮਝ ਹੀ ਨਹੀਂ ਸਕੇ। ਕਹਿੰਦੇ ਦੇਖੋ ਇਹਨਾਂ ਨੇ ਬਿਜ਼ਨਸ ਬਣਾ ਲਿਆ, ਇਹਨਾਂ ਨੇ ਆਪਣਾ ਕਾਰੋਬਾਰ ਬਣਾ ਲਿਆ। ਭੋਲੀ ਭਾਲੀ ਸੰਗਤ ਇਹਨਾਂ ਨੂੰ ਕਿਸ ਤਰ੍ਹਾਂ ਗਰਾਸ ਰਹੇ ਨੇ। ਕਹਿੰਦੇ ਇਹ ਬਿਜ਼ਨਸ ਏਡਾ ਵਧੀਆ, ਕਹਿੰਦੇ ਸਾਨੂੰ ਅਮਰੀਕਾ ਕੈਨੇਡਾ ਇੰਗਲੈਂਡ ਜਾਣ ਦੀ ਲੋੜ ਨਹੀਂ ਸੀ। ਇਹਨਾਂ ਲੋਕਾਂ ਨੇ ਦੰਭੀਆਂ ਨੇ ਕਹਿੰਦੇ ਗੁਰੂ ਸਾਡਾ ਕਹਿ ਗਿਆ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ। ਕਹਿੰਦੇ ਇਹੋ ਜਿਹਾ ਬਿਜ਼ਨਸ ਬਣਾਇਆ, ਐਸਾ ਭੇਖ ਬਣਾਇਆ ਹੈ। ਕਹਿਣਗੇ ਬੀਬੀ ਜਲ ਲਈ ਆਈ ਘਰੋਂ, ਫੂਕ ਮਾਰ ਕੇ ਤੈਨੂੰ ਜਲ ਕਰਕੇ ਦੇ ਦਿਆਂਗਾ। ਹੈ ਨਾ ਕਮਾਲ ਦੀ ਗੱਲ, ਕਿੱਡਾ ਵੱਡੀਆ ਬਿਜ਼ਨਸ ਹੈ ਜਿਹਦੇ ਵਿੱਚ ਕੋਈ ਮਾਇਆ ਨਹੀਂ ਲੱਗਣੀ ਪੱਲੋਂ। ਕੋਈ ਦੁਕਾਨਦਾਰ ਬਿਜ਼ਨਸ ਦੁਕਾਨਦਾਰੀ ਖੋਲ੍ਹਦਾ, ਕਾਰੋਬਾਰ ਖੋਲ੍ਹਦਾ, ਪਹਿਲੇ ਲੱਖਾਂ ਰੁਪਏ ਲਾਏਗਾ ਫਿਰ ਉਹ ਦੁਕਾਨ ਚਲਾਏਗਾ। ਪਰ ਇਹਨਾਂ ਨੇ ਜਿਹੜੇ ਬੈਠੇ ਆ ਡੰਬ ਗੁਰੂ, ਇਹਨਾਂ ਨੇ ਵੇਖੋ ਫਰੀਦ ਦੀ ਦੁਕਾਨ ਖੋਲ੍ਹ ਲਈ ਹੈ। ਮਾਲ ਵੀ ਮਾਲਕਾਂ ਦਾ, ਖਰੀਦਣ ਵਾਲੇ ਵੀ ਮਾਲਕ ਆਪ ਹੀ ਹੋ ਜਾਂਦੇ ਹੈ। ਤੇ ਕਹਿੰਦੇ ਫਰੀ ਦੀ ਮਸ਼ਹੂਰੀ ਕੰਪਨੀ ਦੀ, ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ ਇਹ ਗੱਲ ਬਣੀ। ਜਲ ਵੀ ਘਰੋਂ ਲਾਇਆ, ਹੱਦ ਹੋ ਜਾਂਦੀ ਹੈ। ਦਾਸ ਕੋ ਵੀ ਕਈ ਵਾਰੀ ਆ ਜਾਂਦੇ, ਬਾਬਾ ਜੀ ਸਾਡੀ ਮੱਝ ਨਹੀਂ ਮਿਲਦੀ ਆ, ਪੇੜਾ ਕਰ ਦਿਓ। ਤੇ ਪੇੜਾ ਵੀ ਕਰਕੇ ਦਿੱਤਾ ਤੇ ਮੁੜ ਕੇ ਨਾਲੇ ਦੁੱਧ ਦਾ ਡੋਲੂ ਵੀ ਅਗਲੇ ਦਿਨ ਆਇਆ, ਨਾਲੇ 51 ਰੁਪਏ 101 ਰੁਪਇਆ ਵੀ ਮਿਲ ਗਿਆ। ਤੇ ਆਟਾ ਵੀ ਘਰੋਂ, ਪੇੜਾ ਘਰੋਂ ਬਣਾ ਕੇ ਲਿਆਏ। ਬਾਬੇ ਨੇ ਹੱਥ ਵਿੱਚ ਫੜਿਆ, ਇੱਧਰ 4 ਵਾਰੀ ਇੱਧਰ ਉਛਾਲਿਆ ਤੇ 4 ਵਾਰੀ ਇੱਧਰ ਉਛਾਲਿਆ, ਜਾ ਕੇ ਮੱਝ ਨੂੰ ਦੇ ਦਿਓ। ਹੈ ਨਾ ਇਹਨਾਂ ਨੇ ਬਿਜ਼ਨਸ ਬਣਾਇਆ ਰੱਬ ਦੇ ਨਾਂ ਉੱਤੇ। ਲਾਚੀਆਂ ਤੁਸੀਂ ਲੈ ਆਓ, ਫੂਕ ਅਸੀਂ ਮਾਰ ਦਿਆਂਗੇ ਤੇ ਕੰਮ ਚੜ੍ਹਦੀ ਕਲਾ ਵਾਲਾ ਹੋ ਜੂਗਾ। ਧਾਗਾ ਮੋਲੀ ਦਾ ਤੁਸੀਂ ਲੈ ਆਓ, ਬੰਨ ਅਸੀਂ ਤੁਹਾਡੇ ਗੁੱਟ ਤੇ ਦਿਆਂਗੇ, ਨਾ ਸਾਡੇ ਪੈਸੇ ਨਾ ਲੈਣੇ। ਨਾਲੇ ਧਾਗਾ ਮੰਗਾ ਲਿਆ ਰੁਪਈਏ ਦਾ ਤੇ 500 ਦਾ ਨੋਟ ਕਢਾ ਲਿਆ। ਇਹ ਤੋਂ ਵੱਡਾ ਬਿਜ਼ਨਸ ਹੈ ਹੋਰ ਇਹਨਾਂ ਨੂੰ ਕਿਹੜਾ ਲੱਭਣਾ। ਸੋ ਗੁਰਮੁਖ ਪਿਆਰਿਓ, ਹੱਦ ਹੋ ਜਾਂਦੀ ਹੈ। ਗੁਰੂ ਸ਼ਬਦ ਦੇ ਰਾਹੀਂ ਅਸੀਂ ਦੁਨੀਆ ਨੂੰ ਲੁੱਟ ਰਹੇ ਹਾਂ, ਦੁਨੀਆ ਨਾਲ ਠੱਗੀ ਮਾਰ ਰਹੇ ਹਾਂ। ਪਖੰਡ ਦਾ ਬੋਲ ਬਾਲਾ ਜ਼ਿਆਦਾ ਹੈ।
ਪਖੰਡ ਦੇ ਮਗਰ ਜ਼ਿਆਦੇ ਲੱਗ ਗਏ। ਸੋ ਇਸੇ ਕਰਕੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਮਿਹਰਾਂ ਦੇ ਦਾਤੇ ਫਰਮਾਨ ਕਰਦੇ ਨੇ, ਭੇਖ ਦਿਖਾਏ ਜਗਤ ਕੋ। ਅੱਜ ਕੀ ਹੈ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨੁੱਖ ਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਹਾਂ। ਮਨ ਸਾਡੇ ਕਾਲਖ ਦੇ ਭਰੇ ਪਏ ਹੈ, ਰੱਬ ਦਾ ਸਾਨੂੰ ਕੋਈ ਭਉ ਨਹੀਂ, ਰੱਬ ਤੋਂ ਹੀ ਕੋਹਾਂ ਦੂਰ ਹੋ ਗਏ ਹਾਂ। ਸੋ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਮਿਹਰਾਂ ਦੇ ਦਾਤੇ ਫਰਮਾਨ ਕਰਦੇ ਨੇ, ਭਾਈ ਸ਼ਬਦ ਮਰੈ ਜਿਨ੍ਹਾਂ ਨੇ ਤੇ ਵਾਕਈ ਹੀ ਸ਼ਬਦ ਦੀ ਅਰਾਧਨਾ ਕਰ ਲਈ ਹੈ, ਜਿਉਂਦੇ ਜੀ ਆਪਣੇ ਆਪ ਨੂੰ ਮਾਰ ਲਿਆ ਹੈ। ਜਿਹੜੇ ਇਸ ਗੱਲ ਨੂੰ ਸਮਝ ਗਏ ਹਨ ਉਹ ਤੇ ਰੱਬ ਦੇ ਪਿਆਰੇ ਹਨ, ਤੇ ਜਿਹੜੇ ਰੱਬ ਦੇ ਨਾਂ ਤੇ ਠੱਗੀਆਂ ਮਾਰੇ ਹਨ, ਮਨੁੱਖ ਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਹਾਂ। ਬਾਹਰ ਚਿੱਟੇ ਚੋਲੇ ਪਾਏ ਹੋਏ ਹੈ, ਪਰ ਮਨ ਕਾਲਖ ਦੇ ਨਾਲ ਭਰਿਆ ਪਿਆ, ਮਨ ਵਿਕਾਰਾਂ ਦੇ ਨਾਲ ਭਰਿਆ ਪਿਆ। ਸੋ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਮਿਹਰਾਂ ਦੇ ਦਾਤੇ ਸਾਡੇ ਤੇ ਇਹੋ ਕਿਰਪਾ ਕਰਦੇ ਨੇ, ਭਾਈ ਤੂੰ ਆਪਣੇ ਆਪ ਨੂੰ ਗੁਰੂ ਸ਼ਬਦ ਦੇ ਨਾਲ ਜੋੜ ਲੈ। ਜਦੋਂ ਸ਼ਬਦ ਦੇ ਨਾਲ ਜੋੜੇਗਾ ਫਿਰ ਕਾਲ ਨਾ ਚਾਪੈ, ਦੁੱਖ ਨਾ ਸੰਤਾਪੈ, ਫਿਰ ਤੈਨੂੰ ਮੌਤ ਦਾ ਵੀ ਡਰ ਨਹੀਂ ਰਹਿ ਜਾਏਗਾ। ਜਿਸ ਬੰਦੇ ਨੂੰ ਕਹਿੰਦਾ ਮਰ ਗਿਆ, ਮਰ ਗਿਆ ਉਦੋਂ ਹੁੰਦਾ ਨਾ ਜਦੋਂ ਬੰਦਾ ਸਵਾਸ ਤਿਆਗ ਦੇ, ਕਾਲ ਆ ਜਾਵੇ, ਫਿਰ ਉਹਨੂੰ ਮੌਤ ਦਾ ਡਰ ਨਹੀਂ, ਕਿਉਂਕਿ ਉਹਨੇ ਆਪਣੇ ਆਪ ਨੂੰ ਜਿਉਂਦਿਆਂ ਜੀ ਹੀ ਮਾਰ ਲਿਆ ਹੈ। ਫਿਰ ਦੁੱਖ ਨਾ ਸੰਤਾਪ ਹੈ, ਜੰਮਣ ਮਰਨ ਦਾ ਦੁੱਖ ਵੀ ਨਹੀਂ ਉਹਨੂੰ ਤਪਾਉਂਦਾ, ਨਹੀਂ ਤੰਗ ਕਰਦਾ। ਅਗਿਆਨ ਦਾ ਦੁੱਖ ਤੇ ਆਦਿ ਵਿਆਧੀ ਆਦਿਕ ਤਾਪ ਵੀ ਨਹੀਂ ਲੱਗਦੇ। ਉਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਕਿਉਂਕਿ ਉਹਨੇ ਸ਼ਬਦ ਨਾਲ ਜੁੜ ਕੇ ਆਪਣੇ ਅੰਦਰੋਂ ਮੈਂ ਨੂੰ ਮਾਰ ਸੁੱਟਿਆ ਹੈ। ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਮਿਹਰਾਂ ਦੇ ਦਾਤੇ ਪ੍ਰਮਾਣ ਕਰਦੇ ਨੇ, ਪ੍ਰਕਾਸ਼ ਸਰੂਪ ਪਰਮੇਸ਼ਰ ਵਿੱਚ ਮਿਲ ਕੇ ਉਸਦੀ ਪ੍ਰਤੱਖ ਜੋਤ ਵਾਹਿਗੁਰੂ ਦੇ ਵਿੱਚ ਸਮਾ ਗਈ, ਕਿਉਂਕਿ ਉਹ ਗੁਰਾਂ ਦੇ ਬਚਨਾਂ ਨੂੰ ਸੁਣਨਾ ਕਰਦਾ ਹੈ। ਅੱਜ ਆਪਣੇ ਝੰਗੀਆਂ ਨੂੰ ਕਹਿ ਦਈਏ ਨਾ, ਅਸੀਂ ਕਥਾ 'ਚ ਬਹਿਣਾ, 1 ਮਿੰਟ ਨਹੀਂ ਬਹਿਣਗੇ। ਆਪ ਝੰਗੀ ਭਾਈ ਸਨ ਪ੍ਰਸ਼ਾਦ ਵੰਡਿਓ ਤੇ ਬਹਾਨਾ ਮਾਰ ਕੇ ਨਾ ਇਹ ਪ੍ਰਸ਼ਾਦ ਦੇ ਪਤਾਸਿਆਂ ਦੇ ਕੀੜੇ ਪਏ ਆ ਜੀ, ਕੀੜੇ ਆ ਕਾਢੇ ਜਿਹਨੂੰ ਬੋਲਦੇ ਨੇ, ਕੀੜੀਆਂ ਵੜ ਗਈਆਂ ਤੇ ਬਾਹਰ ਜਾ ਕੇ ਥਾਲ ਭਰ ਕੇ ਲੰਗਰ ਛਕਣ ਡਏ। ਮਰ ਕਹਿੰਦੇ ਇਹ ਤੁਹਾਡੀ ਆਗਿਆਕਾਰੀ। ਬਹਾਨਾ ਵੇਖੋ ਕਿੱਡਾ ਤਕੜਾ, ਜੇ ਪਏ ਸਨ ਤੇ ਦਵਾ ਦਾ ਥਾਲ 'ਚ ਸਾਫ਼ ਕਰਕੇ ਆ ਜਾਂਦੇ ਗੁਰੂ ਦੀ ਹਜ਼ੂਰੀ 'ਚ। ਗੁਰੂ ਕੋ ਡਰ ਜੋ ਲੱਗਦਾ ਹੋਇਆ। ਅੱਜ ਭੇਖ ਹੈ ਸਾਡੇ ਕੋਲ ਗੁਰੂ ਦਾ ਕੋਈ ਸਾਡੇ ਨਾਲ। ਅਸੀਂ ਬਾਣੇ ਪਾਏ ਐ, ਗੱਲਾਂ ਬੜੀਆਂ ਉੱਚੀਆਂ ਕਰਦੇ ਹਾਂ, ਪਰ ਭੇਖ ਜ਼ਿਆਦਾ ਹੈ। ਜੇ ਭੇਖ ਨਾ ਹੋਵੇ ਤੇ ਅਸੀਂ ਸਫਲ ਕਦੋਂ ਦੇ ਹੋ ਜਾਈਏ। ਅੱਜ ਭੇਖ ਧਾਰੀ ਹੋ ਗਏ ਹਾਂ। ਪਰ ਆਹ ਗੱਲ ਅਸੀਂ ਹਿਰਦੇ 'ਚ ਨਹੀਂ ਵਸਾਉਂਦੇ। ਹਮਾਰੀ ਪਿਆਰੀ ਕੀ ਹੈ? ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਗੁਰੂ ਦਾ ਸ਼ਬਦ ਤੇ ਇੱਕ ਖੇਨਮ ਨਾ ਭੁੱਲੀਏ। ਗੱਲ ਇਹ ਸੀ ਪਲ ਨਿਮਖ ਨਾ ਮਨ ਤੇ ਟਾਰੀ ਰੇ, ਪਰ ਸਾਡੀ ਵਿਆਖਿਆ ਗਲਤ ਹੋ ਗਈ। ਹੁਣ ਅਸੀਂ ਕਹਿੰਦੇ ਗੁਰੂ ਦਾ ਸ਼ਬਦ ਟਾਰ ਦੀਏ, ਪਰ ਵਾਹਿਗੁਰੂ ਨੂੰ ਹਿਰਦੇ 'ਚ ਨਾ ਵਸਾ ਲਈਏ। ਭੇਖ ਧਾਰੀ ਬਣ ਗਏ ਆ, ਗੁਣਕਾਰੀ ਨਹੀਂ ਬਣ ਰਹੇ।
हमारी प्यारी अमृत धारी गुर निमख नामण ते टारी रे। खिन रम गुर गम हर दम नह जम हर कंठ नानक हारी रे। मर खिन रम एक खिन भी वाहिगुरू का नाम हिरदे च वस जावे। गुर गम हर दम नह जम हर कंठ नानक हारी रे। बहाने ला के गुरु को उठ उठ के भज के जाने हैं, बहाने ला के। हजे कि महाराज जी दे जदों असी हाजिर होए सा पंजियां प्यारियां नूं गुरु स्वरूप जान के खंडे बड़दा अमृत छक लगे सा, तो महाराज ने आख्या गुरु कोल बैठा है, गुरु की बाणी पढ़नी है, गुरु कोल हाजरी लवानी है। घट्टो घट 2.5 घंटे गुरु दे कोल तुसी हाजरी लवानी है। अफसोस की गल है कि असी देखा देखी जारी हो गई है। गुरु शब्द दे कोल 2.5 घंटे किते लाए असी गुरु दा, असी चोर बन के बह गए हैं गुरु दे। महाराज ने तो रहतनामिया भी लिखा है, बिन जप जाप जपे बिना गुरु दे शब्द तो बगैर जिहड़ा लंगर छकदा ना वो भी गुरु का देनदार है, तनखाही है। असीं तो कहने पहला ढिड भर लईए फिर वेखांगे। मार कहते पहले रब की आराधना कर लै, तां ही अमृत वेला दिता है। दिने बंदा काम करदा भुख लग जाती, महाराज ने सानूं तां अमृत वेला दिता है। गुरसिख भल के उठ कर अमृत वेले सरना वंदा, गुर कै बचन उचार कै धर्मसाल दे सुरत करंदा। साध संग जाय कै गुरबाणी दे प्रीत सुनंदा। पाले गल नूं असीं विसार दिता है, ये गल नूं हिरदे च वसाया ही नहीं। संसार संसार है सुत्या रैण विहाए, अहीं ते सौ के ही रैण गवा दी। रैण गवाई सोए कै दिवस गवाया खाए। रात सौ के लंघा दी ते दिन खा के लंघा लिया। खा लिया थब्बा रोटियां दा ते फिर वेखी जाऊगी कि सानू गुरु शब्द दे नाल की है। सो मारे कहते अज भेख धारी ज्यादा हो गए हैं, अमृतधारी घट आ। बाणा पान दे नाल गल नहीं बननी, बाणी दे धार नहीं बनांगे। तां ही मार बाणी बाणा पंख पछाणो, सिंह गुरु का पंछी जानो। मर कहते भेख ना बना, भेख दे विच असी राजी नहीं गए। खोते दे उत्ते शेर दी खल पाती, कहते जाओ सिंघो जाके लंगर दे वास्ते लकड़ा लियाओ जंगल जोगो। शेर बब्बर शेर वापस आ गए। सिंह कहते मारे कहते लिया ही नहीं, कहते मारे अगे बब्बर शेर आ। मारे थोड़ी देर कहते हुण जाओ, फिर अगे बब्बर शेर। तीसरी बारी जो मारे ने कहा जाओ, कहते मारे नहीं जाना, शेर खा जू बब्बर। मारे कहते विखाओ हाँ कितने बब्बर शेर। गए तो वेख्या, मारे अगे होने कहते सिंह कहते महाराज बब्बर शेर आ। महाराज कहते कोई गल नहीं। सिक्का ने कहा मारे उधार लगे है करन। गां गए तो आखिर असले बब्बर शेर नहीं सी, खोता सी। खोता खोते उत्ते शेर की खल पाई सी। लाई खल मारे 2 सोटे गैं गैं करदा भज गया। अज ज़्यादातर ये गल हो चुकी है कि असी बाणे पाए आ, पलंदरों है नहीं रहे खोते ही। मारे कहते बाणा पान दे नाल गल तो नहीं ना बननी है। जिहो जिहा भेख तेरा बाहरों इहो जिहा भेख अंदरों भी होना चाहिए। लोगों को खावे मैं बड़े खंडे लाए आ, बड़े धमाले सजाए आ, बड़े सोहने चोले पाए आ। मर कहते भेख धारी ना बन, गुरु का प्यारा बन, अमृतधारी बन, भेखधारी ना बन। मन इको सच्चा हुक्म पछाणी, एक हुक्म नूं पछाण लै। तू बस इस गल नूं जान लै, सहसा इहो संसार है, मर जमै आया जाया।
ਸੋ ਗੁਰੂ ਪਿਆਰਿਓ, ਕਿਤੇ ਸ਼ਬਦ ਪੜ੍ਹ ਕੇ ਵੇਖਿਓ। ਸੱਚੇ ਪਾਤਸ਼ਾਹ ਕੱਲ੍ਹ ਜਦੋਂ ਅਸੀਂ ਉਸਤਾਦ ਜੀ ਕੋ ਸੰਥਿਆ ਕਰ ਰਹੇ ਸਾਂ, ਤੇ ਤਪੇ ਦਾ ਇਤਿਹਾਸ ਆ ਰਿਹਾ ਸੀ। ਗੁਰੂ ਗਰੀਬ ਨਵਾਜ ਮਿਹਰਾਂ ਦੇ ਦਾਤੇ ਪ੍ਰਮਾਣ ਕਰਦੇ ਹਨ ਕਿ ਭਾਈ ਗੁਰੂ ਦਾ ਪਿਆਰਾ ਬਣ, ਪਖੰਡੀ ਨਾ ਬਣ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਅੱਗੋ ਦੇ ਸਦਿਆ ਸਤੈ ਦੀ ਭਿਖਿਆ ਲਏ, ਨਾਹੀ ਪਿੱਛੋਂ ਦੇ ਪਛੋਤਾਏ ਕੇ ਆਣ ਤਪੈ ਪੁੱਤ ਵਿੱਚ ਬਹਾਲਿਆ। ਉਸਤਾਦ ਜੀ ਕਹਿੰਦੇ ਤਪਾ ਸੀ, ਜਦੋਂ ਉਹਨੂੰ ਸਦਿਆ ਆਇਆ ਨਾ, ਤੇ ਮੁੜ ਕੇ ਆਪਣੇ ਪੁੱਤਰ ਨੂੰ ਜਦੋਂ ਮਹਾਰਾਜ ਸੋਨੇ ਦੀਆਂ ਮੋਹਰਾਂ ਵੰਡਣ ਲੱਗੇ ਨਾ, ਕੰਧ ਟਪਾ ਕੇ ਅੰਦਰ ਭੇਜਤਾ, ਲਾਲਚ ਦੇ ਕਾਰਨ ਕਰਕੇ। ਮਰਗ ਦੇ ਤਪ ਲਾਲਚੀ। ਜਦੋਂ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਸਾਰੇ ਵਿਦਵਾਨ ਵੀ ਅਨੰਦਪੁਰ ਸਾਹਿਬ ਇਕੱਠੇ ਕੀਤੇ ਨਾ, ਤੇ ਮਹਾਰਾਜ ਨੇ ਚੋਣ ਕਰਨੀ ਸੀ ਕਿ ਵੇਖੀਏ ਇਹਨਾਂ ਚੋਂ ਕਿੰਨੇ ਕੁ ਚੰਗੇ ਆ ਤੇ ਕਿੰਨੇ ਕੁ ਮਾੜੇ ਆ। ਇੱਕ ਪਾਸੇ ਤੇ ਕਹਿੰਦੇ ਮਹਾਰਾਜ ਜੀ ਨੇ ਕੌਤਕ ਰਚਿਆ ਕਿ ਵੇਖੀਏ 5 ਸੋਨੇ ਦੀਆਂ ਮੋਹਰਾਂ ਨੇ, ਪਰ ਕਹਿੰਦੇ ਉਹ ਤੇ ਇਹੋ ਜਿਹਾ ਕੌਤਕ ਰਚਿਆ ਕਿ ਉਹ ਤੇ ਜੋ ਮਾਸ ਹੁੰਦਾ ਨਾ, ਮਾਸ ਪਤਾ ਲੱਗਾ ਪੰਡਤਾਂ ਨੂੰ ਬਾਹਰ ਹੀ ਦੱਸਿਆ ਗਿਆ। ਹਜੇ ਕੋਈ ਪੰਡਤ ਜੀ ਵਿਦਵਾਨ ਅੰਦਰ ਨਹੀਂ ਗਿਆ ਕਿ ਅੰਦਰ ਮਾਸ ਰਿੱਧਾ ਮਾਸ। ਇੱਕ ਪਾਸੇ 2 ਮੋਹਰਾਂ ਸੋਨੇ ਦੀਆਂ ਦਿੱਤੀਆਂ ਜਾ ਰਹੀਆਂ ਨੇ, ਤੇ ਇੱਕ ਪਾਸੇ 5 ਮੋਹਰਾਂ। ਜਿਹੜੇ ਖੀਰ ਖਾਣ ਵਾਲੇ ਉਹਨਾਂ ਨੂੰ 2 ਮੋਹਰਾਂ, ਮਾਸ ਖਾਣ ਵਾਲਿਆਂ ਨੂੰ 5 ਮੋਹਰਾਂ। ਤੇ ਕਹਿੰਦੇ ਆ ਕਿ ਸਾਰੇ ਜਾ ਉਸ ਪਾਸੇ ਵੜੇ। ਅਸਲ ਦੇ ਵਿੱਚ ਤੇ ਹੈ ਉੱਤੇ ਵੀ ਲੰਗਰ ਹੀ ਸੀ। ਤੇ ਕਹਿੰਦੇ ਜਦੋਂ ਪਰਖ ਹੋਈ ਹੈ, ਪਰਖ ਦੇ ਵਿੱਚੋਂ ਬਹੁਤ ਥੋੜੇ ਕੇਸੋ ਪੰਡਤ ਹੋਰ ਕੋਈ 10-15 ਨਾਲ ਨਿਕਲ ਆਏ ਹੋਣਗੇ। ਬਹੁਤ ਥੋੜੀ ਗਿਣਤੀ ਦੇ ਵਿੱਚ ਵਿਦਵਾਨ ਨਿਕਲੇ, ਬਾਕੀ ਸਾਰੇ ਭੇਖ ਧਾਰੀ। ਉਹਨਾਂ ਦਾ ਪਾਜ ਖੁੱਲ੍ਹ ਗਿਆ, ਪਾਜ ਜਿਸ ਤਰ੍ਹਾਂ ਤਪੇ ਦਾ ਪਾਜ ਖੁੱਲ੍ਹ ਗਿਆ ਸੀ। ਜਿਨ੍ਹਾਂ ਵਾਸਤੇ ਸਤਿਗੁਰੂ ਮਹਾਰਾਜ ਨੇ ਕਿਹਾ ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ। ਜਿੱਤੈ ਥੋੜਾ ਧਨ ਵੇਖਿਆ, ਜਿੱਤੈ ਤਪਾ ਪਿਟੈ ਨਾਹੀਂ, ਧਨ ਬਹੁਤਾ ਦਿੱਤੈ ਤਪਾ ਧਰਮ ਹਾਰਿਆ। ਭਾਈ ਇਹੋ ਤਪਾ ਨਾ ਹੋਵੇ, ਬਗਲਾ ਹੈ। ਬਗਲੇ ਦੀ ਨਿਆਈ। ਬਗਲਾ ਨਾ ਅੱਖ ਬੰਦ ਕਰਕੇ, ਅੱਖਾਂ ਤੇ ਇੱਕ ਲੱਤ ਤਾਂ ਚੁੱਕ ਕੇ ਛੱਪੜ 'ਚ ਖਲੋ ਜਾਂਦਾ। ਮੱਛੀ ਆਉਂਦੀ ਆ ਤੇ ਮੱਛੀ ਉਹਦੀ ਲੱਤ ਦੇ ਲਾਗੋਂ ਗੇੜਾ ਕੱਢਦੀ ਆ, ਕਹਿੰਦੀ ਹੈ ਸੰਤ ਹੋ ਗਿਆ, ਹੁਣ ਸਾਨੂੰ ਖਾਂਦਾ ਹੀ ਨਹੀਂ। ਮੱਛੀ ਜਾ ਕੇ ਕਹਿੰਦੀ ਭੈਣ ਇਹ ਬਗਲਾ ਨਾ ਹੁਣ ਸੰਤ ਬਣ ਗਿਆ, ਮੈਂ ਬੜੀ ਲੱਤਾਂ ਦੇ ਗੇੜੇ ਕੱਢੇ ਦੇ, ਮੈਨੂੰ ਇਹਨੇ ਕੁਛ ਨਹੀਂ ਕਿਹਾ ਬਗਲੇ ਨੇ, ਇਹ ਤੇ ਭਗਤੀ ਕਰਨ ਲੱਗ ਗਿਆ, ਇਹ ਸੰਤ ਹੋ ਗਿਆ। ਚਲੋ ਭੈਣੇ ਆਪਾਂ ਉਹਦੇ ਜਾ ਕੇ ਲੱਤਾਂ ਨਾਲ ਖੇਡੀਏ, ਡਰੋ ਨਾ, ਮੈਂ ਕਈ ਗੇੜੇ ਕੱਢ ਕੇ। ਉਹਨੇ ਕਿਹਾ ਵਿਸ਼ਵਾਸ ਨਹੀਂ, ਕਹਿੰਦੀ ਮੈਂ ਗੇੜਾ ਕੱਢ ਕੇ ਆਉਂਦੀ ਹਾਂ। ਮੱਛੀ ਗਈ, ਫਿਰ ਬਗਲੇ ਦੇ ਲੱਤਾਂ ਦੇ ਨਾਲ ਘੁੰਮ ਘੰਮ ਕੇ ਆਈ, ਕਹਿੰਦੀ ਵੇਖਿਆ ਭੈਣ ਹੁਣ ਬਗਲਾ ਮੱਛੀ ਇਹ ਨਹੀਂ ਖਾਂਦਾ, ਇਹ ਸੰਤ ਬਣ ਗਿਆ। ਜਦੋਂ ਵਾਹਵਾ ਝੁੰਡ ਬਣ ਕੇ ਆਇਆ ਨਾ, ਉਹਨੇ ਵੇਖਿਆ ਕਿ ਹੁਣ ਤੋਂ ਵਾਹਵਾ ਬਣ ਗਿਆ ਨਾ, ਮਾਰਿਆ ਠੂੰਗਾ ਕੋ 5-7 ਮੱਛੀਆਂ ਮੂੰਹ 'ਚ ਆ ਗਈਆਂ, ਉੱਡ ਗਿਆ। ਤੇ ਇਹ ਹਾਲਤ ਸਾਡੀ ਹੋ ਗਈ, ਇਹ ਬਗਲੇ ਦੀ ਨਿਆਈ ਹੋ ਗਏ ਹਾਂ। ਭੇਖ ਦਿਖਾਏ ਜਗਤ ਕੋ, ਭੇਖ ਧਾਰੀ ਹੋ ਗਏ ਆ, ਗੁਰੂ ਦੇ ਪਿਆਰੇ ਨਹੀਂ। ਸੋ ਮਹਾਰਾਜ ਇਹੋ ਗੱਲ ਕਹਿੰਦੇ, ਭਾਈ ਇਹੋ ਤਪਾ ਨਾ ਹੋਈ, ਬਗਲਾ ਹੈ। ਮੈਂ ਸਾਧ ਜਨਾ ਵਿਚਾਰਿਆ। ਸੋ ਗੁਰਮੁਖ ਪਿਆਰੇ, ਹੁਣ ਆਪ ਵਿਚਾਰ ਕਰ ਲਈਏ ਕਿ ਅਸੀਂ ਗੁਰੂ ਦੇ ਪਿਆਰੇ ਬਣਨਾ ਕਿ ਇਹੋ ਜਿਹੇ ਭੇਖ ਧਾਰੀ ਬਣਨਾ।
ਗੁਰੂ ਤੇ ਮੇਰਾ ਇਹ ਗੱਲ ਕਹਿੰਦਾ ਭਈ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਅੰਮ੍ਰਿਤ ਵੇਲਾ ਨਾ ਖੁੰਝਣ ਦਈ, ਮੇਰੇ ਕੋਲ ਆਈ ਆ ਕੇ ਬਈ, ਤੈਨੂੰ ਮੈਂ ਕੁਝ ਸੁਣਾਊਂਗਾ, ਤੈਨੂੰ ਗੁਰੂ ਦੇ ਲੜ ਲਾਊਂਗਾ। ਪਰ ਗੁਰੂ ਸ਼ਬਦ ਚੰਗਾ ਨਹੀਂ ਲੱਗਦਾ। ਪਰ ਜਿਨ੍ਹਾਂ ਨੇ ਗੁਰੂ ਸ਼ਬਦ ਸੁਣਿਆ ਹੈ, ਜੋਤੀ ਵਿੱਚ ਮਿਲ ਜੋਤ ਸਮਾਣੀ, ਜਿਨ੍ਹਾਂ ਨੇ ਸ਼ਬਦ ਨੂੰ ਸੁਣ ਲਿਆ, ਮੰਨ ਲਿਆ, ਉਹ ਫਿਰ ਅਕਾਲ ਪੁਰਖ ਨਿਰੰਕਾਰ ਦੀ ਜੋਤ ਵਿੱਚ ਮਿਲ ਗਏ ਹਨ। ਉਸ ਪਰਮੇਸ਼ਰ ਦੇ ਵਿੱਚ ਇੱਕ ਮਿਗਤਾ ਹੋ ਗਈ ਹੈ। ਹਰ ਜਨ ਦੀ ਏਕ ਹੈ, ਬੇਵਿਚਾਰ ਕਛ ਨਾ ਹੈ। ਕਿਉਂਕਿ ਗੁਰਾਂ ਦੇ ਬਚਨਾਂ ਨੂੰ ਸ਼ਰਵਣ ਮੰਨਣ ਨਿਧਿਆਸਨ ਕਰਕੇ ਸੱਚ ਸਰੂਪ ਵਿੱਚ ਸਮਾਵਣਿਆ ਸਮਾ ਗਏ ਹਨ। ਕਿਉਂਕਿ ਗੁਰੂ ਸ਼ਬਦ ਨੂੰ ਅਸੀਂ ਸੁਣਨਾ ਕੀਤਾ ਹੈ। ਗੁਰੂ ਗਰੀਬ ਨਿਵਾਜ ਮਹਾਰਾਜ ਜੀ ਫਰਮਾਨ ਕਰਦੇ ਹਨ, ਮੈਂ ਉਹਨਾਂ ਤੋਂ ਬਾਣੀ ਕਰਕੇ ਬਲਿਹਾਰ ਜਾਂਦਾ ਹਾਂ, ਮਨ ਸਰੀਰ ਕਰਕੇ ਵੀ ਬਲਿਹਾਰ ਕੁਰਬਾਨ ਜਾਂਦਾ ਹਾਂ। ਜੋ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਲੋਕ ਪਰਲੋਕ ਵਿੱਚ ਸੋਭਾ ਵਡਿਆਈ ਨੂੰ ਪਾਉਣ ਵਾਲੇ ਹਨ ਤੇ ਸੋਭਾ ਵਡਿਆਈ ਪਾ ਰਹੇ ਹਨ। ਸੋ ਹਰ ਕੈ ਨਾਏ ਸੋਭਾ ਪਾਵਣਿਆ, ਹਰ ਜੀ ਛੱਡ ਸੰਘਾਸਨ ਆਏ। ਰੱਬ ਦੇ ਪਿਆਰਿਆਂ ਵਾਸਤੇ ਪਰਮੇਸ਼ਰ ਆਪਣਾ ਸੰਘਾਸਨ ਛੱਡ ਕੇ ਵੀ ਗੁਰੂ ਦੇ ਗੁਰਮੁਖ ਜਨਾਂ ਨੂੰ ਆ ਕੇ ਮਿਲਦਾ ਹੈ। ਇਸ ਕਰਕੇ ਮਾਰੇ ਕਹਿੰਦੇ ਉਹਨਾਂ ਤੋਂ ਵਾਰਨਾ ਬਲਿਹਾਰਨਾ ਕੁਰਬਾਨ ਜਾਂਦੇ ਹਾਂ। ਜਿਸ ਨੇ ਸਤਿਗੁਰੂ ਮਹਾਰਾਜ ਦੀ ਸੇਵਾ ਟਹਿਲ ਕਰਕੇ ਸੱਚੇ ਨਾਮ ਵਿੱਚ ਚਿੱਤ ਨੂੰ ਲਾਉਣਾ ਕੀਤਾ ਹੈ, ਉਹ ਗੁਰੂ ਦੀ ਸਿੱਖਿਆ ਦੁਆਰਾ ਸਹਿਜ ਸਰੂਪ ਵਿੱਚ ਸਮਾ ਗਏ ਹਨ, ਭੇਦ ਹੋ ਗਏ ਹਨ। ਮਹਾਰਾਜ ਜੀ ਵਿਸ਼ਰਾਮ ਦੇ ਕੇ ਉਚਾਰਨ ਕਰਦੇ ਹਨ ਜੀ। ਪ੍ਰਤੱਖ ਸਥੂਲ ਦੇਹ ਕੱਚੀ ਹੈ ਤੇ ਕੱਚੇ ਹੀ ਚੀਰ ਬਸਤਰ ਰੇਸ਼ਮ ਮਲਮਲ ਆਦ ਹੰਡਾਉਣੇ ਹਨ। ਸੂਖਮ ਦੇਹ ਵੀ ਕੱਚੀ ਹੈ, ਜੋ ਸਥੂਲ ਦੇਹ ਰੂਪੀ ਕੱਚੇ ਵਸਤਰ ਹੰਡਾਉਂਦੀ ਹੈ। ਬੁੱਧੀ ਰੂਪ ਕਾਇਆ ਦੇਹ ਕੱਚੀ ਹੈ, ਜੋ ਪਦਾਰਥਾਂ ਰੂਪੀ ਕੱਚੇ ਵਸਤਰ ਹੰਡਾਉਂਦੀ ਹੈ। ਸੋ ਦਵੈਤ ਵਿੱਚ ਲੱਗਣ ਕਰਕੇ ਸਰੂਪ ਨੂੰ ਪ੍ਰਾਪਤ ਨਹੀਂ ਕਰ ਸਕਦੀ। ਤੁਰਿਆ ਪਦ ਰੂਪੀ ਮਹਿਲ ਦੀ ਪ੍ਰਾਪਤੀ ਤੋਂ ਖਾਲੀ ਰਹਿ ਜਾਂਦੀ ਹੈ। ਕਾਇਆ ਕੱਚੀ ਕੱਚਾ ਸਰੀ ਚੀਰ ਹੰਡਾਏ, ਦੂਜਾ ਲਾਗੀ ਮਹਿਲ ਨਾ ਪਾਏ। ਜੋ ਅਸੀਂ ਹੋਰ ਪਾਸੇ ਭਜੇ ਫਿਰਦੇ ਆ ਨਾ, ਤੇ ਫਿਰ ਮਾਰੇ ਕਹਿੰਦੇ ਤੁਹਾਡਾ ਭਲਾ ਨਹੀਂ ਹੋਏਗਾ। ਪਖੰਡੀਆਂ ਦੇ ਲੜ ਵੀ ਲੱਗ ਜਾਂਦੇ, ਫਿਰ ਭਲਾ ਨਹੀਂ। ਭਲਾ ਉਦੋਂ ਹੋਣਾ ਜਦੋਂ ਅਸੀਂ ਗੁਰੂ ਵਾਲੇ ਬਣ ਜਾਈਏ। ਦਿਨ ਰਾਤ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਜੀਵ। ਇਹ ਜੀਵ ਆਤਮਾ ਸੜਦੀ ਰਹਿੰਦੀ ਹੈ, ਫਿਰਦੀ ਰਹਿੰਦੀ ਹੈ। ਇਹ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਜਨਮ ਮਰਨ ਦੇ 84 ਦੇ ਗੇੜ ਵਿੱਚ ਪੈ ਕੇ ਬਹੁਤ ਦੁੱਖ ਸਹਾਰਦੀ ਹੈ। ਇਸ ਸਥੂਲ ਦੇਹੀ ਤੇ ਬ੍ਰਾਹਮਣ ਖੱਤਰੀ ਆਦਿ ਜਾਤ ਜਾਤੀ ਦੇ ਅੱਗੇ ਪ੍ਰਲੋਕ ਵਿੱਚ ਨਾਲ ਨਹੀਂ ਜਾਣਾ ਕਰਦੇ। ਜੇ ਕੋਈ ਕਹੇ ਕਿ ਮੈਂ ਬ੍ਰਾਹਮਣ ਆ, ਮੈਂ ਵੱਡਾ ਵਾਂ, ਬ੍ਰਾਹਮਣ ਤੇ ਜਗਤ ਦਾ ਗੁਰੂ ਹੋ ਸਕਦਾ ਹੈ, ਪ੍ਰਲੋਕ ਵਿੱਚ ਕੋਈ ਨਹੀਂ।
ਉਹਤੇ ਤੇ ਮਾਨਸ ਕੀ ਜਾਤ ਸਭੈ ਕੈ ਪਹਿਚਾਨ, ਬੋ ਵਾਲੀ ਗੱਲ ਹੈ। ਇੱਕ ਪਰਮੇਸ਼ਰ ਦੀ ਜੋਤ ਸੀ। ਇਹ ਤੇ ਕਹਿੰਦੇ ਬ੍ਰਾਹਮਣ ਵੱਡੇ ਆ, ਬਾਹਮਣ ਗੁਰੂ ਜਗਤ ਕਾ, ਭਗਤਨ ਕਾ ਗੁਰ ਨਾਹਿ। ਕੋਈ ਕਹਿੰਦਾ ਮੈਂ ਬ੍ਰਾਹਮਣ ਵੱਡੀ ਜਾਤੀ ਵਾਲਾ, ਮੈਂ ਖੱਤਰੀ ਵੱਡੀ ਜਾਤੀ ਵਾਲਾ ਵਾਂ, ਮੇਰੀ ਬੜੀ ਉੱਚੀ ਜਾਤੀ ਹੈ। ਸੋ ਅੱਗੇ ਪ੍ਰਲੋਕ ਵਿੱਚ ਇਹ ਚੀਜ਼ਾਂ ਨਹੀਂ ਜਾਂਦੀਆਂ। ਦੇਹੀ ਜਾਤ ਨਾ ਆਗਾ ਜਾਏ, ਜਿੱਤੈ ਲੇਖਾ ਮੰਗਿਆ ਜਿੱਤੈ ਛੁੱਟੈ ਸੱਚ ਕਮਾਏ। ਉਹ ਤੇ ਤਾਂ ਕੀ ਲੇਖਾ ਜੋ ਗਣੈ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਰਾਜਾ ਜਨਕ ਚੱਲਿਆ ਨਾ ਸੱਚਖੰਡ ਨੂੰ, ਤੇ ਨਰਕਾਂ ਦੇ ਵਿੱਚੋਂ ਚੰਗਾੜਾਂ ਦੀਆਂ ਆਵਾਜ਼ਾਂ ਆ ਰਹੀਆਂ। ਕਹਿੰਦੇ ਕੀ? ਕਹਿੰਦੇ ਨਰਕ। ਕਹਿੰਦੇ ਲੈ ਚਲੋ। ਕਹਿੰਦੇ ਮਹਾਰਾਜ ਤੁਹਾਡਾ ਸਥਾਨ ਨਹੀਂ, ਤੁਹਾਡਾ ਸਥਾਨ ਸੱਚਖੰਡ ਹੈ। ਕਹਿੰਦੇ ਨਹੀਂ ਚਲੋ। ਜਦੋਂ ਪੈਰ ਧਰਿਆ ਸਾਰੇ ਨਰਕ ਸ਼ਾਂਤ ਹੋ ਗਏ, ਨਰਕ ਸ਼ਾਂਤ ਹੋ ਗਏ। ਤੇ ਕਹਿੰਦੇ ਮਹਾਰਾਜ ਚਲੋ ਹੁਣ। ਕਹਿੰਦੇ ਇਹਨਾਂ ਨੂੰ ਛੱਡ ਦਿਓ। ਸਾਰਿਆਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਚਲੇ ਗਏ ਫਿਰ ਸਾਡੀ ਬੁਰੀ ਹਾਲਤ ਹੋ ਜਾਣੀ, ਤੁਹਾਡੇ ਆਉਂਦਿਆਂ ਸਾਰਾ ਨਰਕ ਸ਼ਾਂਤੀ ਵਾਲਾ ਹੋ ਗਿਆ। ਕਹਿੰਦੇ ਛੱਡੋ। ਕਹਿੰਦੇ ਮਹਾਰਾਜ ਇਹਨਾਂ ਦੀ ਇੰਨੀ ਭਗਤੀ ਸ਼ਕਤੀ ਨਹੀਂ। ਜਦੋਂ ਕੋਈ ਇੰਨੀ ਭਗਤੀ ਕਰੇਗਾ ਤਾਂ ਛੁੱਟ ਸਕਦੇ ਨੇ। ਕਹਿੰਦੇ ਫਿਰ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਭਾਈ ਗੁਰਦਾਸ ਜੀ ਵੀ ਕਹਿੰਦੇ ਹਨ ਇੱਕ ਘੜੀ ਦਾ ਸਿਮਰਨ ਕਰਕੇ ਤਕੜੀ 'ਚ ਪਾਇਆ, ਸਾਰੇ ਨਰਕ ਚੜ੍ਹਾਤੇ, ਖਾਲੀ ਕਰਤੇ। ਧਰਮਰਾਜ ਹੱਥ ਜੁੜ ਕੇ ਖਲੋ ਗਿਆ, ਮਾਰੇ ਨਰਕ ਖਾਲੀ ਕਰਦੇ, ਭਰਨਗੇ ਕਦੋਂ? ਕਹਿੰਦੇ ਨਰਕਾਂ 'ਚ ਭਰਨਗੇ। ਨਰਕਾਂ ਦੇ ਵਿੱਚ ਇਹ ਨਰਕ ਉਦੋਂ ਜਦੋਂ ਕਲਯੁਗ ਆਵੇਗਾ। ਇਹ ਨਰਕ ਕਦੋਂ ਭਰਨਗੇ? ਜਦੋਂ ਗੁਰੂ ਤੋਂ ਬੇਮੁਖ ਹੋ ਜਾਣਗੇ, ਗੁਰੂ ਦੀ ਬੇਪੱਤੀ ਕਰਨ ਲੱਗ ਪੈਣਗੇ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਾਰੇ ਥਾਂ ਥਾਂ 'ਤੇ ਬੇਦਬੀਆਂ ਹੋ ਰਹੀਆਂ, ਗੁਰੂ ਕੇ ਸਿੱਖ ਕੇਸਾਂ ਦੀ ਬੇਦਬੀ ਕਰੀ ਜਾ ਰਹੇ ਹੈ, ਨਸ਼ੇ ਪੱਤੇ ਛਕੀ ਜਾ ਰਹੇ ਹੈ। ਕਹਿਣ ਨੂੰ ਤੇ ਅਸੀਂ ਸੇਕਿਆ, ਪਰ ਗੁਰੂ ਤੋਂ ਡਰ ਲੱਗਦਾ। ਗੁਰੂ ਦੇ ਸ਼ਬਦ ਕੋਲ ਬਹਿ ਨਹੀਂ ਸਕਦੇ, ਗੁਰਦੁਆਰੇ ਬਹਿ ਨਹੀਂ ਸਕਦੇ। ਅੱਜ ਤਾਂ ਸਾਡੀ ਇਹ ਹਾਲਤ ਹੋਈ ਪਈ ਹੈ। ਸੋ ਗੁਰਮੁਖ ਪਿਆਰਿਓ ਕਹਿੰਦੇ ਕਲਯੁਗ ਦੇ ਵਿੱਚ ਭਰਨਗੇ ਜਦੋਂ ਮਨੁੱਖ ਜ਼ਿਆਦਾ ਪਾਪੀ ਹੋ ਜਾਏਗਾ, ਜਦੋਂ ਗੁਰੂ ਸ਼ਬਦ ਨੂੰ ਛੱਡ ਕੇ ਹੋਰ ਪਾਸੇ ਦੇਹ ਧਾਰੀਆਂ ਦੰਭੀਆਂ ਪਖੰਡੀਆਂ ਮਗਰ ਤੁਰਿਆ ਫਿਰੇਗਾ। ਸੋ ਉਦੋਂ ਇਹ ਦੁੱਖ ਪਾਏਗਾ। ਸੋ ਇਸ ਕਰਕੇ ਉਸ ਨਿਰੰਕਾਰ ਦੇ ਦਰ ਦੇ ਅੱਗੇ ਨਾ ਕੋਈ ਜਾਤ ਜਾਂਦੀ ਹੈ, ਨਾ ਕੋਈ ਉੱਚ ਕੁੱਲ ਜਾਂਦੀ ਹੈ। ਉਹਦੇ ਫਿਰ ਲੇਖਾ ਜੋਖਾ ਹੋਣਾ। ਜੇ ਲੇਖਾ ਜੋਖਾ ਹੋਇਆ ਫਿਰ 84 ਦੇ ਗੇੜ 'ਚ ਪੈ ਜਾਵਾਂਗੇ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਕੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲ ਇਹ ਦੇਹ ਸੰਜਰੀਆ। ਬੜੇ ਸਮੇਂ ਬਾਅਦ ਇਹ ਮਨੁੱਖਾ ਦੇਹ ਮਿਲੀ ਆ ਪਿਆਰਿਆ। ਜਪ ਲਾ ਵਾਹਿਗੁਰੂ। ਕਿਉਂ ਡਰਦਾ ਗੁਰੂ ਕੋ? ਕਹਿੰਦੇ ਘਰ ਬਾਰ ਵੀ ਛੱਡਿਆ, ਸਭ ਕੁਝ ਤਿਆਗਿਆ, ਗੁਰੂ ਕੋਲ ਫਿਰ ਵੀ ਨਾ ਆਇਆ ਤੇ ਫਾਇਦਾ ਕੀ ਹੋਇਆ? ਇਸ ਕਰਕੇ ਕੁਝ ਨਹੀਂ ਨਾਲ ਜਾਣਾ, ਜਾਣਾ ਤੇ ਕੇਵਲ ਤਾਂ ਕੇਵਲ ਨਾਮ। ਤਿੱਤੈ ਝੂਟੈ ਸੱਚ ਕਮਾਏ, ਜਿਹਨੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਉਹ ਹੀ ਦਰਗਾਹ ਵਿੱਚ ਪ੍ਰਵਾਨ ਹੋ ਸਕਦਾ, ਉਹ ਜਮਾਂ ਦੀ ਮਾਰ ਤੋਂ ਛੁੱਟ ਸਕਦਾ ਹੈ। ਜਿਹੜੇ ਸਤਿਗੁਰੂ ਮਹਾਰਾਜ ਜੀ ਨੂੰ ਆਰਾਧਨਾ ਕਰਦੇ ਹਨ ਉਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਧਨਵੰਤੇ ਧਨਾੜ ਹਨ। ਉਹ ਇੱਥੇ ਵੀ ਨਾਮ ਵਿੱਚ ਮਿਲੇ ਹੋਏ ਹਨ ਤੇ ਉੱਥੇ ਵੀ ਪ੍ਰਲੋਕ ਵਿੱਚ ਵੀ ਨਾਮ ਨਾਲ ਪਰਮਾਤਮਾ ਵਿੱਚ ਸਮਾਉਣਾ ਕੀਤਾ ਹੈ। ਭੇਦ ਹੋ ਗਏ ਹਨ, ਪਰਮੇਸ਼ਰ ਦਾ ਰੂਪ ਹੋ ਜਾਂਦੇ ਹਨ। ਜਿਸ ਨੇ ਪ੍ਰਭੂ ਦੇ ਭੈ ਡਰਦੇ ਤਾਈਂ ਪ੍ਰੇਮ ਦਾ ਸ਼ਿੰਗਾਰ ਬਣਾਉਣਾ ਕੀਤਾ ਹੈ, ਉਸਨੇ ਗੁਰੂ ਦੀ ਕਿਰਪਾ ਦੁਆਰਾ ਗੁਰੂ ਘਰ ਹਿਰਦੇ ਵਿੱਚ ਨਿਜ ਸਰੂਪ ਨੂੰ ਪਾ ਲਿਆ ਹੈ। ਸਾਧ ਸੰਗਤ ਰੂਪੀ ਘਰ ਵਿੱਚੋਂ ਆਪਣੇ ਨਿਜ ਸਰੂਪ ਨੂੰ ਪਾ ਲਿਆ ਹੈ। ਮਹਾਰਾਜ ਕਹਿੰਦੇ ਨਿਜ ਸਰੂਪ ਨੂੰ ਪਾਉਣਾ ਤੈਨੂੰ ਸੰਗਤ ਵਿੱਚ ਆਉਣਾ ਹੀ ਪਏਗਾ। ਜਿਹੜਾ ਸੰਗਤ ਤੋਂ ਭਾਈਦਾ, ਜਿਹੜਾ ਗੁਰੂ ਤੋਂ ਭਾਈਦਾ, ਗੁਰੂ ਦੀ ਹਜ਼ੂਰੀ ਤੋਂ ਭਾਈਦਾ ਹੈ, ਮਹਾਰਾਜ ਕਹਿੰਦੇ ਉਹ ਕਦਾਚਿਤ ਵੀ ਸਾਨੂੰ ਨਹੀਂ ਪਾ ਸਕਦਾ। ਜੋ
ਇੱਕ ਰਸ ਦਿਨ ਰਾਤ ਸਦਾ ਹੀ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦਾ ਹੈ, ਉਸ ਨੂੰ ਮਜੀਠ ਰੰਗ ਦੀ ਨਿਆਈ ਭਗਤੀ ਦਾ ਪੱਕਾ ਰੰਗ ਚੜ੍ਹ ਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੱਕਾ ਰੰਗ ਜਿਹੜਾ ਹੈ ਚੜ੍ਹ ਜਾਂਦਾ ਹੈ। ਵਾਹਿਗੁਰੂ ਦੀ ਪ੍ਰਾਪਤੀ ਆਨੰਦ ਨੂੰ ਮਾਣ ਲੈਂਦਾ ਹੈ। ਪਤੀ ਪਰਮੇਸ਼ਰ ਹਮੇਸ਼ਾ ਹੀ ਸਭਨਾ ਸਾਰਿਆਂ ਜੀਵਾਂ ਦੇ ਨਾਲ ਸਾਥ ਵਸਦਾ ਹੈ। ਗੁਰਾਂ ਦੀ ਕਿਰਪਾ ਦੁਆਰਾ ਕੋਈ ਵੀ ਉਸ ਦੀ ਦ੍ਰਿਸ਼ਟੀ ਤੋਂ ਵਾਂਝੇ ਨਹੀਂ। ਮਹਾਰਾਜ ਗੁਰੂ ਗਰੀਬ ਨਿਵਾਜ ਜੀ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ। ਗੁਰੂ ਦੀ ਦ੍ਰਿਸ਼ਟੀ ਦੁਆਰਾ ਵੇਖਦਾ ਹੈ। ਗੁਰਮੁਖਾਂ ਦੀ ਸੰਗਤ ਕਰਕੇ ਕੋਈ ਵਿਰਲਾ ਹੀ ਹੈ ਜਿਹੜਾ ਗਿਆਨ ਦੀ ਦ੍ਰਿਸ਼ਟੀ ਨਾਲ ਪਰਮੇਸ਼ਰ ਦੇ ਦਰਸ਼ਨ ਦਿਦਾਰੇ ਕਰਦਾ ਹੋਵੇ, ਜਿਹੜਾ ਗਿਆਨ ਦੀ ਦ੍ਰਿਸ਼ਟੀ ਦੇ ਨਾਲ ਪਰਮੇਸ਼ਰ ਨੂੰ ਸਾਖਸ਼ਾਤ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਮਹਾਰਾਜ ਦੇ ਦਸਾਂ ਹੀ ਗੁਰਾਂ ਦੇ ਦਰਸ਼ਨ ਕਰ ਲੈਂਦਾ ਹੋਵੇ। ਪਰਮਾਤਮਾ ਬਹੁਤ ਹੀ ਉੱਚਿਆਂ ਤੋਂ ਉੱਚਾ ਹੈ ਤੇ ਆਪ ਹੀ ਕਿਰਪਾ ਕਰਕੇ ਸੇਵਕਾਂ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ, ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ। ਸੋ ਸ੍ਰੇਸ਼ਟ ਪ੍ਰਭੂ ਉੱਚਾ ਉੱਚੇ ਸ਼ੁਭ ਗੁਣਾਂ ਦੀ ਬਖਸ਼ਿਸ਼ ਕਰਕੇ ਅਧਿਕਾਰੀ ਨੂੰ ਆਪਣੇ ਵਿੱਚ ਭੇਦ ਕਰ ਲੈਂਦਾ ਹੈ। ਮਾਇਆ ਮੋਹਿ ਇਹੋ ਜਗ ਸੁੱਤਾ, ਨਾਮ ਸਰ ਅੰਤ ਵਗੁੱਤਾ। ਇਹ ਸੰਸਾਰ ਮਾਇਆ ਦੇ ਮੋਹ ਵਿੱਚ ਪੈ ਕੇ ਵਿਦਿਆ ਦੀ ਨੀਂਦ ਸੁੱਤਾ ਪਿਆ ਹੈ। ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਭੁੱਲ ਕੇ ਅੰਤ ਨੂੰ ਵਗੁੱਤਾ ਖਰਾਬ ਹੁੰਦਾ ਹੈ। ਆਪਣੇ ਜਨਮ ਨੂੰ ਵਿਅਰਥ ਹੀ ਗਵਾ ਗਿਆ ਹੈ, ਭੰਗ ਦੇ ਭਾੜੇ ਗਵਾ ਗਿਆ ਹੈ। ਜਿੱਦਾਂ ਕਹਿੰਦੇ ਤੂੰ ਭੰਗ ਦੇ ਭਾੜੇ ਸਭ ਕੁਝ ਗਵਾ ਲਿਆ, ਭੰਗ ਦੇ ਭਾੜੇ ਹੀ ਸਭ ਕੁਝ ਗਵਾ ਲਿਆ, ਕੱਖ ਨਾ ਸੰਸਾਰ ਤੋਂ ਖੱਟ ਕੇ ਗਿਆ। ਜਿਸ ਪ੍ਰਭੂ ਦੇ ਸੰਕਲਪ ਨਾਲ ਇਹ ਜੀਵ ਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ ਸੀ ਨਾ, ਉਹ ਪ੍ਰਭੂ ਆਪ ਹੀ ਗੁਰੂ ਨਾਲ ਮੇਲ ਕਰਕੇ ਗਿਆਨ ਅਵਸਥਾ ਵਿੱਚ ਜਗਾ ਦਿੰਦਾ ਹੈ। ਮਾਰੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ। ਜਿਸ ਨੂੰ ਤੇਰੀ ਨਜ਼ਰ, ਜਦੋਂ ਮਾਰੇ ਦੀ ਨਜ਼ਰ ਹੋ ਜਾਏ ਫਿਰ ਮਾਰੇ ਆਪ ਜਗਾ ਦਿੰਦੇ ਹਨ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤੁਹਾਨੂੰ ਪੁਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਜਾਗਦੇ ਹੀ ਨਹੀਂ ਨਾ, ਅਸੀਂ ਸੁੱਤੇ ਪਏ ਹਾਂ। ਤੇ ਮਾਰਗ ਦੇ ਇੱਕ ਦਿਨ ਸੋਵਣ ਹੋਏਗੋ ਲਾਂਬੇ ਗੋਡ ਪਸਾ। ਇੱਕ ਦਿਨ ਸੋਣਾ ਇਹੋ ਜਿਹਾ ਮੁੜ ਕੇ ਕਿਸੇ ਨੇ ਨਹੀਂ ਤੈਨੂੰ ਪੁੱਛਣਾ। ਮੁੜ ਕੇ ਤੇ ਕੀ ਹੋਣਾ, ਜਿੱਦਣ ਸੌਂ ਗਿਆ ਕੱਢ ਹੋਈ, ਫਿਰ ਤੇ ਦਿਹਰੀ ਬੈਠੀ ਮਾਤਾ ਰੋਵੇ ਖਟੀਆ ਲੈ ਕੇ ਭਾਈ, ਗੱਲ ਇਹ ਹੋ ਜਾਣੀ ਹੈ। ਫਿਰ ਤੇ ਕਹਿਣਾ ਛੇਤੀ ਨਾ ਲੈ ਜਾਓ, ਢਿੱਡ ਫੁੱਲਦਾ ਜਾਂਦਾ, ਛੇਤੀ ਨਾ ਲੈ ਜਾਓ, ਜੇ ਸੂਰਜ ਡੁੱਬ ਗਿਆ ਤੇ ਗੱਲ ਨਹੀਂ ਜੇਬਰਨੀ। ਸਾੜਿਆ ਹੋ ਜਾ ਕੇ, ਜਿਹਨੂੰ ਮੁੜ ਮੁੜ ਕੱਪੜਾ ਚੁੱਕ ਕੇ ਮੂੰਹ ਤੇ ਵੇਖਦੇ, ਮੁੜ ਕੇ ਉਹ ਕਹਿੰਦੇ ਸਾੜਿਆ ਅਗਨੀ ਦੇ ਹਵਾਲੇ ਕਰ ਆਓ। ਸੋ ਗੁਰਮੁਖ ਪਿਆਰੇ, ਇਸ ਕਰਕੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਮਿਹਰਾਂ ਦੇ ਦਾਤੇ ਕਹਿੰਦੇ ਨੇ, ਜਿਹਦੇ ਉੱਤੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਗੁਰਮਤਿ ਦੀ ਸੋਝੀ ਦੇ ਦੇਣ, ਤੇ ਫਿਰ ਕਹਿੰਦੇ ਗੁਰਮਤਿ ਸੋਝੀ ਪਾਵਣਿਆ, ਉਹਨੂੰ ਅਗਿਆਨ ਵੱਲੋਂ ਜਗਾ ਕੇ ਨਾਮ ਵੱਲ ਜੋੜ ਦੇਣਾ। ਗੁਰੂ ਦੀ ਸਿੱਖਿਆ ਲੈ ਕੇ ਗਿਆਤ, ਕਿਹੜੀ ਗਿਆਤ? ਨਾਮ ਦੀ ਗਿਆਤ, ਨਾਮ ਦੀ ਉਹਦੇ ਤੇ ਕਿਰਪਾ, ਨਾਮ ਦੀ ਵਰਖਾ ਝਿਮ ਝਿਮ ਵਰਸੈ
ਅੰਮ੍ਰਿਤ ਧਾਰਾ। ਫਿਰ ਇਤਰਾ ਨਾ ਕਹਿੰਦੇ ਝੜੀ ਲੱਗ ਗਈ ਹੈ, ਥੋੜਾ ਥੋੜਾ ਮੀਂਹ ਪੈਂਦਾ, ਇਹੋ ਜਿਹੀ ਫਿਰ ਅੰਮ੍ਰਿਤ ਵਰਖਾ ਹੁੰਦੀ ਹੈ। ਇਸ ਤਰ੍ਹਾਂ ਆਨੰਦ ਆਉਂਦਾ ਹੈ ਤੇ ਜਿਸ ਆਨੰਦ ਨੂੰ ਬਿਆਨ ਕਰਨਾ ਬਹੁਤ ਔਖਾ ਹੈ। ਇਹ ਭਲ ਗੁਰੂ ਦੀ ਕਿਰਪਾ ਨਾਲ ਹੀ ਹੈ। ਗੁਰਮਤਿ ਸੋਝੀ ਪਾਵਣਿਆ, ਜਦੋਂ ਗੁਰਮਤਿ ਦੇ ਧਾਰਨੀ ਬਣਾਂਗੇ ਤਾਂ ਇਹ ਸੋਝੀ ਆਣੀ ਹੈ। ਤੇ ਜੇ ਅਸੀਂ ਕਹੀਏ ਗੁਰੂ ਤੋਂ ਹੀ ਡਰ ਡਰ ਭੱਜੀਏ ਕਿ ਅਸੀਂ ਗੁਰੂ ਤੋਂ ਦੂਰ ਰਹੀਏ, ਫਿਰ ਨਹੀਂ ਗੱਲ ਬਣਨੀ। ਸੋ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਮਿਹਰਾਂ ਦੇ ਦਾਤੇ ਸਰਵਰੇ ਕਾਇਨਾਤ ਦੇ ਮਾਲਕ ਫਰਮਾਨ ਕਰਦੇ ਹਨ ਕਿ ਜੋ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਪੀਂਦਾ ਹੈ ਉਹ ਆਪਣੇ ਚਿੱਤ ਵਿੱਚੋਂ ਭਰਮ ਨੂੰ ਗਵਾ ਦਿੰਦਾ ਹੈ। ਗੁਰੂ ਦੀ ਕਿਰਪਾ ਦੁਆਰਾ ਸ਼ਲੋਕ ਸਮੀਪ ਸਰੂਪ ਸੁਯਜ ਤੇ ਕੇਵਲ ਮੋਕਸ਼ ਦੀ ਗਤ ਪ੍ਰਾਪਤੀ ਪਾ ਲੈਂਦਾ ਹੈ। ਸੋ ਪ੍ਰੇਮਾ ਭਗਤੀ ਕਰਕੇ ਸਦਾ ਹੀ ਵਿਰਾਗਮਾਨ ਹੋ ਕੇ ਨਾਮ ਰੰਗ ਵਿੱਚ ਰਤਿਆ ਗਿਆ ਹੈ। ਉਸਨੇ ਹਉਮੈ ਨੂੰ ਮਾਰ ਕੇ ਆਪਣਾ ਨਿਜ ਸਰੂਪ ਪਰਮਾਤਮਾ ਨੂੰ ਸੌਂਪ ਦਿੱਤਾ ਹੈ ਤੇ ਪਰਮਾਤਮਾ ਨਾਲ ਮਿਲ ਗਿਆ ਹੈ। ਜਦੋਂ ਪਰਮਾਤਮਾ ਨਾਲ ਮਿਲ ਗਿਆ ਤਾਂ ਹੋਰਨਾਂ ਨੂੰ ਵੀ ਅਧਿਕਾਰੀ ਬਣਾ ਕੇ ਮਲਾਉਣਾ ਕਰਦਾ ਹੈ। ਆਪ ਮੁਕਤ ਅਵਰਹਿ ਮੁਕਤ ਕਰਾਵੈ। ਆਪ ਮੁਕਤ ਹੈ, ਹੋਰਾਂ ਨੂੰ ਆਪ ਵੀ ਜਪਦਾ ਹੈ ਤੇ ਹੋਰਨਾਂ ਨੂੰ ਵੀ ਜਪਾਉਂਦਾ ਹੈ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਨੇ ਸਾਰਿਆਂ ਨੇ ਕਹਿੰਦਾ ਜਪੋ ਰਾਮ 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 ਰਾਮ। ਸੋ ਉਹ ਸਾਰਿਆਂ ਨੂੰ ਨਾਮ ਜਪਾਉਣਾ ਕਰਦਾ ਹੈ ਤੇ ਆਪ ਵੀ ਜਪਦਾ ਹੈ। ਆਪ ਬਾਰੇ ਤੰਦੇ ਨਾਏ ਲੱਖ 84 ਇਕ ਆਪ ਪੜਾਏ। ਸੋ ਪਰਮੇਸ਼ਰ ਨੇ ਆਪ ਹੀ ਜੀਵ ਜੰਤ ਪੈਦਾ ਕੀਤੇ ਹਨ। ਉਹਨਾਂ ਦੀ ਵਾਸਨਾ ਅਨੁਸਾਰ ਵੱਖਰੇ ਵੱਖਰੇ ਧੰਦੇ ਵਿੱਚ ਲਾ ਦਿੱਤਾ ਹੈ। 84 ਲੱਖ ਜੂਨਾਂ ਵਿੱਚ ਉਹ ਆਪ ਹੀ ਰੋਜੀ ਅਪਣਾਉਂਦਾ ਹੈ। ਸੰਸਾਰੀ ਜੀਵ ਪ੍ਰਭੂ ਦੇ ਨਾਮ ਨੂੰ ਭੁੱਲ ਕੇ ਰੋਜੀ ਦੀ ਚਿੰਤਾ ਕਰਦੇ ਹਨ, ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਤੂੰ ਉਸ ਪਰਮੇਸ਼ਰ ਨੂੰ ਯਾਦ ਕਰ ਜੋ ਸਭ ਨੂੰ ਰਿਜ਼ਕ ਦੇਣ ਵਾਲਾ ਹੈ। ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦਹ ਹੈ। ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੈ ਹੈ। ਕਾਹੇ ਕੋ ਡੋਲ, ਤੂੰ ਕਾਹਤੋਂ ਡੋਲਦਾ ਹੈ? ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਨਹਾਰ। ਸੋ ਇਸ ਕਰਕੇ ਕਾਹਤੋਂ ਡੋਲਦਾ ਹੈ? ਜਿਨ ਪੈਦਾਇਸ਼ ਤੂੰ ਕਿਹਾ ਸੋਈ ਕਰਦਾ ਸਾਰ। ਜਿਹਨੇ ਪੈਦਾ ਕੀਤਾ ਸਭ ਤੋਂ ਪਹਿਲਾਂ ਤੇਰਾ ਰਿਜ਼ਕ ਲਿਖਿਆ ਹੈ। ਪਰ ਅੱਜ ਬੰਦਾ ਜ਼ਿਆਦਾ ਰਿਜ਼ਕ ਮਗਰ ਭਾਈਦਾ ਹੈ, ਰਿਜ਼ਕ ਦੇਣ ਵਾਲੇ ਮਗਰ ਨਹੀਂ ਜੇ ਭਾਈਦਾ। ਸਾਰੇ ਕਹਿੰਦੇ ਮੈਨੂੰ ਸਭ ਕੁਝ ਪ੍ਰਾਪਤ ਹੋ ਜਾਵੇ, ਮਾਲ ਧਨ ਦੌਲਤ ਕੋਠੀਆਂ ਪਰਿਵਾਰ, ਪਰ ਇਹ ਨਹੀਂ ਕੋਈ ਕਹਿੰਦਾ ਮੈਨੂੰ ਮੇਰਾ ਮਾਲਕ ਜਿਹੜਾ ਸਾਰੀ ਕਾਇਨਾਤ ਨੂੰ ਰਚਣ ਵਾਲਾ ਉਹ ਮਿਲ ਜਾਵੇ। ਮਾਰੇ ਕਹਿੰਦੇ ਕਿ ਤੂੰ ਉਸ ਦੇ ਮਗਰ ਲੱਗ ਜਾਵੇਂ। ਕਾਹੇ ਕੋ ਡੋਲਤ, ਕਾਹਤੋਂ ਡੋਲਦਾ ਹੈ ਤੂੰ? ਇਸ ਕਰਕੇ ਉਸ ਵਾਹਿਗੁਰੂ ਦੇ ਲੜ ਲੱਗ ਜਾ ਜਿਹਨੇ ਤੈਨੂੰ ਪੈਦਾ ਕੀਤਾ, ਜੋ ਸਭ ਕੁਝ ਦੇਣ ਵਾਲਾ ਹੈ ਦਾਤਾ। ਸੁਦਾਸ ਇੱਕ ਗੱਲ ਕਰੇ, ਜਿਸ ਤਰ੍ਹਾਂ ਹੁਣੇ ਬਚਨ ਕਰਕੇ ਗਏ ਹਾਂ ਕਿ ਬੰਦਾ ਡੋਲ ਜਾਂਦਾ। ਮਾਰੇ ਕਹਿੰਦੇ ਵੇਖੋ ਜੇ ਬੰਦੇ ਕੋ ਧਨ ਦੌਲਤ ਆ ਜਾਏ ਨਾ, ਫਿਰ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਮਿਲ ਗਈਆਂ ਪਰ ਦਾਤਾ ਵਿਸਰ ਗਿਆ। ਦਾਤਾਂ ਤਾਂ ਪਰਮੇਸ਼ਰ ਨੇ ਦੇਤੀਆਂ ਪਰ ਉਹ ਦਾਤਾਂ ਦੇਣ ਵਾਲਾ ਭੁੱਲ ਗਿਆ। ਅਰਦਾਸ ਕੀਤੀ ਮਾਰੇ ਮੇਰੇ ਘਰ ਪੁੱਤਰ ਹੋਵੇ, ਧਨ ਦੌਲਤ ਆਵੇ, ਸਭ ਕੁਝ ਆਵੇ। ਜਦੋਂ ਇਹ ਚੀਜ਼ਾਂ ਆ ਗਈਆਂ ਗੁਰੂ ਹੀ ਭੁੱਲ ਗਿਆ, ਗੁਰੂ ਤੋਂ ਬੜਾ ਦੂਰ ਹੋ ਗਿਆ। ਜਦੋਂ ਨਹੀਂ ਸੀ ਦੋਵੇਂ ਟਾਈਮ ਗੁਰੂ ਕੋਲ ਆਉਂਦਾ ਸੀ। ਜਦੋਂ ਇਹ ਚੀਜ਼ਾਂ ਆਈਆਂ ਸੁੱਖ ਸਾਧਨ ਪ੍ਰਾਪਤ ਹੋ ਗਏ, ਹੁਣ ਗੁਰਦੁਆਰੇ ਜਾ ਕੇ ਕੀ ਕਰਨਾ, ਕੋਈ ਗੱਲ ਨਹੀਂ, ਘਰੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ ਲੈਂਦੇ ਹਾਂ। ਪਲ ਮਰ ਕਹਿੰਦੇ ਤੈਨੂੰ ਸਿੱਖਾ ਢੀਕਣ ਡੇ ਅਸੀਂ, ਕੁਰਬਾਨ ਜਾਏ ਉਸ ਵੇਲੇ ਸੁਹਾਵੀ।
ਜੇ ਤੁਮਰਾ ਦੁਆਰਾ ਆਇਆ। ਬਾਬਾ ਸ਼੍ਰੀ ਚੰਦ ਜੀ ਗੁਰੂ ਹਾਰਿਆ ਸਾਹਿਬ ਤੱਕ ਰਿਹਾ, ਗੁਰੂ ਹਾਰਿਆ ਸਾਹਿਬ ਤੱਕ ਸਤਿਗੁਰੂ ਸਾਹਿਬਾਨਾਂ ਦੇ ਦਰਸ਼ਨ ਦਿਦਾਰੇ ਕੀਤੇ ਹੈ। ਬਾਬਾ ਸ਼੍ਰੀ ਚੰਦ ਜੀ ਚਾਹੁੰਦੇ, ਉਹਨੇ ਕਹਿੰਦੇ ਸਾਨੂੰ ਕੀ ਜਾਣ ਦੀ ਲੋੜ ਹੈ ਗੁਰੂ ਸਾਹਿਬ ਦੇ ਕੋਲ, ਬੈਠੇ ਆ ਚੁੱਪ ਕਰਕੇ, ਅਸੀਂ ਗੁਰੂ ਨਾਨਕ ਦੇ ਪੁੱਤਰ ਆ, ਸਾਨੂੰ ਜਾਣ ਦੀ ਕੀ ਲੋੜ। ਪਰ ਬਾਬਾ ਸ਼੍ਰੀ ਚੰਦ ਜੀ ਆਪ ਗੁਰੂ ਸਾਹਿਬਾਂ ਕੋਲ ਜਾਂਦੇ ਰਹੇ, ਦਰਸ਼ਨ ਦਿਦਾਰੇ ਕਰਨ ਜਾਂਦੇ ਰਹੇ, ਸਤਿਗੁਰੂ ਸਾਹਿਬਾਨਾਂ ਦੇ ਦਰਸ਼ਨ ਦਿਦਾਰੇ ਕੀਤੇ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ, ਉਹਨੇ ਕਹਿੰਦੇ ਸਾਨੂੰ ਬ੍ਰਹਮ ਗਿਆਨ ਦੀ ਅਵਸਥਾ ਹੋ ਗਈ, ਸਾਨੂੰ ਗੁਰੂ ਸਾਹਿਬਾਂ ਦੇ ਕੋਲ ਜਾਣ ਦੀ ਕੀ ਲੋੜ ਹੈ। ਕਹਿੰਦੇ ਬਾਬਾ ਬੁੱਢਾ ਜੀ ਪਲੰਗੇ ਤੇ ਬੈਠੇ ਐ, ਪਲੰਗਾ ਚੁੱਕ ਕੇ ਸਿੱਖ ਲਈ ਜਾਂਦੇ ਆ, ਤੇ ਬਾਬਾ ਬੁੱਢਾ ਜੀ ਦੇ ਪਲੰਗੇ ਨੂੰ ਮੋਢਾ ਲਾਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਤੇ ਕਹਿੰਦੇ ਕੋ ਦਮ ਤਲੇ ਗੁਰੂ ਸਾਹਿਬ ਇਹ ਕੀ ਕਰਨ ਡੇ ਜੇ, ਮੇਰਾ ਗੁਰੂ ਵੇਖੋ ਆਪਣੇ ਗੁਰੂ ਦੇ ਪਿਆਰਿਆਂ ਨੂੰ ਆਪ ਮੋਢਾ ਲਾ ਲੈਂਦੇ ਹੈ, ਆਪ ਮੋਢਾ ਲਾ ਲੈਂਦੇ ਹੈ। ਮੇਰਾ ਗੁਰੂ ਐਸਾ ਦੀਨਤਾ ਦਾ ਦਿਆਲਤਾ ਦਾ ਘਰ ਹੈ, ਪਰ ਅਸੀਂ ਗੁਰੂ ਦੇ ਕੋਲ ਜਾ ਕੇ ਰਾਜੀ ਨਹੀਂ, ਗੁਰੂ ਦੇ ਦਰਸ਼ਨ ਕਰਕੇ ਰਾਜੀ ਨਹੀਂ। ਸੋ ਮਹਾਰਾਜ ਕਹਿੰਦੇ ਨਾਨਕ ਨਾਮ ਧਿਆਏ ਸੱਚ ਰਾਤੇ, ਜਿਹੜੇ ਨਾਮ ਦੀ ਬੰਦਗੀ ਕਰਦੇ ਹਨ, ਜੋ ਤਿਸ ਭਾਵੈ ਸੋ ਕਾਰ ਕਰਾਵਣਿਆ। ਫਿਰ ਜੋ ਭਾਉਂਦੇ ਹਨ, ਜੋ ਉਹਨਾਂ ਦੇ ਮਨ ਵਿੱਚ ਚਿਤਵਣੀ ਆ ਜਾਂਦੀ ਹਮਾਰੇ, ਉਹ ਪੂਰੀ ਕਰ ਦਿੰਦਾ। ਜੋ ਵੀ ਮਨ 'ਚ ਇੱਛਾ ਆ ਗਈ, ਸਹਿਜ ਸੁਭਾਏ ਵੀ ਕੋਈ ਬਚਨ, ਮਹਾਰਾਜ ਆਪ ਉਹਨਾਂ ਦੀ ਰਸਨਾ 'ਤੇ ਆ ਕੇ ਬਹਿ ਜਾਂਦੇ। ਗੁਰੂ ਅਮਰਦਾਸ ਮਹਾਰਾਜ ਜੀ ਐਵੇਂ ਗੁਰਤਾ ਗੱਦੀ ਦੇ ਮਾਲਕ ਨਹੀਂ ਬਣੇ, ਇਤਿਹਾਸ ਪੜ੍ਹ ਕੇ ਵੇਖ ਲਿਓ। ਜੁਲਾਈ ਨੇ ਇੰਨਾ ਹੀ ਆਖਿਆ, ਜਦੋਂ ਖੱਡੀ ਦੇ ਵਿੱਚ ਗਿਰ ਗਏ ਨਾ ਜਾਲਿਆਂ ਦੇ ਹੋਇਆ, ਖੜਾਕ ਹੋਇਆ, ਜੁਲਾਇਆ ਕਹਿੰਦਾ ਕੌਣ ਆ? ਜੁਲਾਈ ਕਹਿੰਦੀ ਹੋ ਅਮਰੂ ਨਥਾਵਾ, ਕੁੜਮਾਂ ਦੇ ਦਰਬਾਰ 'ਤੇ ਬੈਠਾ ਟੁੱਕੜ ਖਾਣ ਵਾਸਤੇ ਗੱਲ ਕਹੀ। ਤੇ ਸਹਿਜ ਸੁਭਾਏ ਆਖਿਆ ਚੱਲੀਏ, ਮੈਂ ਤੇ ਥਾਂ ਵਾਲਾ ਵਾਂ, ਮੈਨੂੰ ਤਾਂ ਗੁਰੂ ਲੱਭ ਗਿਆ। ਇਹਨੇ ਬਚਨ ਕਹਿਣ ਦੀ ਦੇਰ ਸੀ, ਝੱਲੀ ਹੋ ਗਈ, ਪਾਗਲ ਹੋ ਗਈ, ਸਿਰ ਦੇ ਵਾਲ ਪੁੱਟੇ, ਖਰੁੰਡੇ ਮਾਰੇ, ਕੱਪੜੇ ਪਾੜ ਲਏ। ਉਹਨਾਂ ਬੰਨ ਬੁੰਨ ਕੇ ਗੁਰੂ ਸਾਹਿਬ ਜੀ ਕੋਲ ਲੈ ਕੇ ਗਏ। ਕਹਿੰਦੇ ਜੀ ਬਾਬਾ ਅਮਰਦਾਸ ਜੀ ਨੇ ਬਚਨ ਕਹਿਤੇ, ਤੇ ਕਹਿਣ ਲੱਗੇ ਬਾਬਾ ਅਮਰਦਾਸ ਜੀ ਸ਼ਰਾਬ ਕਿਉਂ ਦਿੱਤਾ? ਕਹਿੰਦੇ ਮਹਾਰਾਜ ਮੈਂ ਨਹੀਂ ਸ਼ਰਾਬ ਦਿੱਤਾ, ਮੈਂ ਕੁਛ ਨਹੀਂ ਆਖਿਆ, ਮੈਂ ਤੇ ਇੰਨਾ ਬਚਨ ਆਖਿਆ ਸੀ। ਇਹ ਕਹਿਣ ਲੱਗੀ ਕਿ ਅਮਰੂ ਨ ਥਾਵਾਂ, ਤੇ ਮੈਂ ਇਹ ਗੱਲ ਆਖਿਆ, ਮੇਰੇ ਮੂੰਹ 'ਚੋਂ ਸਹਿ ਸੁਭਾਅ ਬਚਨੇ ਚੱਲੀਏ, ਮੈਂ ਤੇ ਗੁਰੂ ਵਾਲਾ ਬਣ ਗਿਆ, ਮੈਨੂੰ ਤਾਂ ਗੁਰੂ ਪ੍ਰਾਪਤ ਹੋ ਗਿਆ। ਭਾਈ ਨੇ ਬਚਨ ਕੇ ਕਹਿੰਦੇ ਹੈਂ ਬਾਬਾ ਅਮਰਦਾਸ ਜੀ ਤੁਹਾਨੂੰ ਨਥਾਵਾਂ ਕਿਹਾ, ਆਓ ਫਿਰ ਤੁਹਾਨੂੰ ਥਾਂ ਵਾਲਾ ਬਣਾ ਦੀ। ਇਹ ਹੈ ਮੇਰੇ ਗੁਰੂ ਦੀ ਕਿਰਪਾ। ਗੁਰਤਾ ਗੱਦੀ ਦੇ ਮਾਲਕ ਨਹੀਂ ਸਨ ਅਜੇ, ਪਰ ਮੁਖ ਚੋਂ ਬਚਨ ਕਿਹਾ ਸੱਚ ਹੋ ਗਿਆ। ਉਹ ਜੁਲਾਈ ਝੱਲੀ ਹੋ ਗਈ ਸੀ, ਪਰ ਗੁਰੂ ਸਾਹਿਬ ਮਿਹਰਾਂ ਦੇ ਦਾਤੇ। ਇਤਿਹਾਸ ਨੂੰ ਖੋਜ ਕੇ ਵੇਖ ਲਿਓ, ਅੱਗੇ ਜਾ ਜਦੋਂ ਗੁਰਤਾ ਗੱਦੀ ਦੇ ਮਾਲਕ ਹੀ ਬਣੇ ਐ। ਤੇ ਜਦੋਂ ਰਾਜਾ ਆਇਆ ਹੈ ਨਾ, ਆਪਣੀ ਰਾਣੀ ਨਾਲ ਲੈ ਕੇ ਘੁੰਡ ਕੱਢਿਆ ਕਿੱਡਾ ਵੱਡਾ। ਕਿਉਂ ਮਹਾਰਾਜ ਤਾਂ ਹੀ ਕਹਿੰਦੇ ਨਾ, ਪੰਜ ਪਿਆਰੇ ਵੀ ਅੰਮ੍ਰਿਤ ਛਕਣ ਲੱਗੇ, ਘੁੰਡ ਕੱਢ ਕੇ ਨਹੀਂ ਗੁਰੂ ਕੋ ਆਉਣਾ। ਗੁਰੂ ਕੋ ਐਨ ਸਿਰ ਢੱਕਿਆ ਹੋਵੇ, ਪਰ ਘੁੰਡ ਨਹੀਂ ਕੱਢਣਾ, ਕਿਉਂਕਿ ਗੁਰੂ ਦੀ ਨਿਗਾਹ ਤੁਹਾਡੇ 'ਤੇ ਪਵੇ। ਤੇ ਮਹਾਰਾਜ ਕਹਿੰਦੇ ਆ ਝੱਲੀ ਕਿੱਥੋਂ ਆ ਗਈ ਆ? ਗੁਰਦੇਵ ਪਿਤਾ ਕੋਲ ਜਦੋਂ ਆਉਣਾ ਹੋਵੇ ਤੇ ਘੁੰਡ ਕੱਢ ਕੇ ਆਈਦਾ। ਇਹਨੇ ਬਚਨ ਕਹਿਣ ਦੀ ਦੇਰ ਸੀ ਤੇ ਰਾਣੀ ਝੱਲੀ ਹੋ ਗਈ ਸੀ। ਜੋੜਾ ਸਾਹਿਬ ਹੁੰਦਾ ਨਾ ਆਪਣੇ ਕੋਲ, ਬਾਬਾ ਸਚਨ ਸੱਚ ਨੇ ਜੋ ਬਖਸ਼ਿਸ਼ ਕੀਤਾ ਸੀ ਗੁਰੂ ਸਾਹਿਬ ਦੇ ਬਚਨ, ਪਰ ਗੁਰਤਾ ਗੱਦੀ ਤੋਂ ਪਹਿਲਾਂ ਵੀ ਜਦੋਂ ਬਚਨ ਕੀਤੇ ਸਨ, ਜੁਲਾਈ ਝੱਲੀ ਹੋ ਗਈ ਸੀ। ਮਹਾਰਾਜ ਆਪ ਆਪਣੇ ਭਗਤਾਂ ਦੀ ਰਸਨਾ 'ਤੇ ਵਸਦੇ ਹੈ, ਆਪਣੀ ਭਗਤਾਂ ਦੀ ਰਸਨਾ 'ਤੇ ਆਪ ਵਸਦੇ ਹੈ। ਜੋ ਬਚਨ ਕਹਿ ਤਾ ਉਹ ਪੂਰਾ ਹੋ ਜਾਂਦਾ ਹੈ। ਸੋ ਗੁਰਮੁਖ ਪਿਆਰਿਓ, ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਮਿਹਰਾਂ ਦੇ ਦਾਤੇ, ਸਰਵਰੇ ਕਾਇਨਾਤ ਦੇ ਮਾਲਕ ਦਾਸ ਇਤੇ ਇੱਕ ਬਚਨ ਹੋਰ ਕਹਿ ਕੇ ਸਮਾਪਤੀ ਕਰੇ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਾਸ ਨੇ ਅੱਗੇ ਵੀ ਕਈ ਵਾਰੀ ਬਚਨ ਕੀਤਾ। ਸੱਚਖੰਡ ਵਾਸੀ ਗਿਆਨੀ ਜੋਗਿੰਦਰ ਸਿੰਘ ਜੀ ਗੁਰੂ ਕਾ ਬਾਗ, ਜਦੋਂ ਐਮਰਜੈਂਸੀ ਲੱਗੀ ਹੈ ਨਾ, ਨਾਨਕ ਮੱਤੇ ਵਾਲੇ ਪਾਸੇ ਪ੍ਰਚਾਰ ਕਰਨ ਗਏ ਤੇ
इधर वड्डा सपुत्र भाई वीर सिंह भूआ आई ते रुपये 2 दिते ते माता जी कहन लगे आप ते साधा ना तुरया फिरदा ते बच्चे मेरे गल पा गया किराए के मकान ते बड़ी अत दी गरीबी ते संत करतार सिंह जी खालसा कहन लगे गुरु का बाग कित्थे नानक मता कित्थे आ भेवा स्थान वेखो महापुरखों की जेबा ते परमेश्वर वसदा है। ये प्रतख गल प्रतख नूं कोई प्रमाण नहीं हुंदा। कहन लगे गुरु का बाग उरे आओ कहंदे घर विच गरीबी बड़ी है। संत करतार सिंह जी खालसा कहन लगे गुरु का बाग कहंदे घर च गरीबी बड़ी आ लो रुपया 500 लै जाओ ते जाओ भल ऐ करियो घरे रहो ना प्रचार बड़ा करना है बड़ा सख्ताई नाल प्रचार करना पैना करड़े हो के ये एमरजेंसी लाई हुई है खत्म भी करनी है। तो कहते वो तो चले तो अगले दिन सवेरे सवेरे अंबाले उतरे गड्डी तो घर आ गए नाल फलों का टोकरा नाल कोई जलेबियां जलूबियां पकौड़े भी पा के दिते। माता जी दस दे तो वेख्या तो माता जी कहते कवाया ही ना कहते भगत नहीं है ऐ गल अं वापस चले जाना फल माया। तो संतां ने आख्या घरे गरीबी बड़ी काढ़िया। फिर गल दसी कि कल भाई तुहाडा भचंगी वीर सिंह ये गल कहंदा सी कि बीबी असी गरीब बड़े हैं ना तां भूआ 2 रुपये देगी है। कहंदे वेख भगत नहीं है किते महापुरख बैठे आ उत्ते दी गल इत्ते जाण गए। वो 500 रुपया आया तो जमीन बन गई घर बार बन गया कित्थे किराए ते रहिंदे सी। ये महापुरखों की रसना बिल्कुल प्रतख गुरु की हजूरी में बैठा दास ये सच गल है। ये संत करतार सिंह खालसा जी ब्रह्म ज्ञानी ब्रह्म की अवस्था के मालिक सन। सो ते अज आप संगतां वेख सकते जे करोड़ों की जायदाद वो महापुरखों के बचनों के नाल बन गई। ये है महापुरख ये है तत्ववेता गुरु के प्यारे जो गुरु के लड़ लाण वाले हैं। आओ खिर दियाँ पंक्तियां पढ़ के समाप्ति करिए संपूर्णता जी। ध्याए सच राते जो तिस भावै सो कार करावणिया। वाहिगुरु जी का खालसा वाहिगुरु जी की फतेह। रामकली महला तीजा आनंद एक ओंकार सतगुर प्रसाद आनंद पिया मेरी माए। सतगुर तां पाया सहज सेती राग रतन परवार परियां। शब्दो तंगाव हरि केरा कह नानक आनंद हुआ। हे मन मेरा हर नाल रहो तू मन मेरे। अंगीकार हो कर तेरा सबना गला समरथ स्वामी। कह नानक मन मेरे साचे साहिबा। करता तेरा सब कुछ है सदा सिवत सलाह तेरी। नाम जिनका मन वसया कह नानक सच्चे साहिब। साचा नाम मेरा आधार साच नाम आधार मेरा जिन। कर सात सुख मन आए वसया जन। सदा कुर्बान किता गुरु बेटा। कह नानक सुनो संतो पंच शब्द तित कार सुभागै। पंच दूत कुद वास कीते तुर करम पाया तो जन को से। कह नानक तह सुख होआ अनद सुनो वड भाग्य हो।
ਪਾਰ ਬ੍ਰਹਮ ਪ੍ਰਭ ਪਾਇਆ ਦੁਖ ਰੋਗ ਸੰਤਾਪ ਉਤਰੇ ਸੰਤ ਸਾਜਨ ਭਏ ਸਰਸੇ ਸੁਣਤੇ ਪੁਨਿਤ ਕਹਤੇ ਪਵਿੱਤ ਬਿਨਵੰਤ ਨਾਨਕ ਗੁਰ ਚਾਰਨ ਲਾਗੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਦਿਵਸ ਰਾਤ ਦੋਇ ਦਾਈ ਦਾਇਆ ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਤੁਧ ਆਗੇ